ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇਖ ਰਹੇ ਹੋ ਉਡਾਰੀ ਵਿਦੇਸ਼ਾਂ ਨੂੰ ਤੇ ਮੈਂ ਹਾਂ ਪ੍ਰੀਤ। ਸੋ ਗੱਲ ਅੱਜ ਕਰਾਂਗੇ ਸਾਡੇ ਸਟੂਡੈਂਟਸ ਦੀ, ਜਿੱਦਾਂ ਹਮੇਸ਼ਾ ਹੀ ਇਸ ਸ਼ੋਅ ਦੇ ਵਿੱਚ ਅਸੀਂ ਇਨਫੋਰਮੇਸ਼ਨ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰੀਦੀ ਹੈਗੀ ਆ। ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ, ਉੱਥੇ ਸੈਟਲ ਹੋਣਾ ਚਾਹੁੰਦੇ ਨੇ। ਸੋ ਅੱਜ ਕੈਨੇਡਾ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਕਿ ਕੈਨੇਡਾ ਸਟੂਡੈਂਟ ਕਿਸ ਤਰੀਕੇ ਦੇ ਨਾਲ ਜਾ ਸਕਦਾ ਹੈ, ਕਿਹੜਾ ਸਟੂਡੈਂਟ ਜਾ ਸਕਦਾ ਹੈ, ਤੇ ਨਾਲ ਦੀ ਨਾਲ ਅਸੀਂ ਗੱਲ ਕਰਾਂਗੇ ਕਿ ਹੁਣ ਜੇਕਰ ਯੂਕੇ ਦੀ ਅਸੀਂ ਸਾਰੇ ਜਾਣੇ ਖਬਰ ਸੁਣ ਰਹੇ ਹਾਂ, ਬਹੁਤ ਸਾਰੇ ਬੱਚੇ ਮਾਯੂਸ ਹੋ ਗਏ ਨੇ ਜਿਨ੍ਹਾਂ ਨੇ ਖਾਸ ਕਰਕੇ ਆਪਣੇ ਸਪਾਊਸ ਦੇ ਨਾਲ ਯੂਕੇ ਜਾਣਾ ਸੀ। ਸੋ ਯੂਕੇ ਜਿਹੜਾ ਸਪਾਊਸ ਵੀਜ਼ਾ ਬੰਦ ਕਰ ਰਿਹਾ 2023 ਤੋਂ ਬਾਅਦ। ਹੁਣ ਉਹਨਾਂ ਬੱਚਿਆਂ ਦੇ ਲਈ ਕਿਹੜੀ ਆਪਸ਼ਨ ਬਚੇਗੀ ਜਿਹੜੇ ਆਪਣੇ ਸਪਾਊਸ ਦੇ ਨਾਲ ਪਹਿਲੇ ਦਿਨ ਤੋਂ ਹੀ ਅਬਰੋਡ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ। ਸੋ ਇਸ ਬਾਰੇ ਗੱਲਬਾਤ ਕਰਾਂਗੇ। ਸੋ ਐਕਸਪਰਟ ਜੋ ਮੇਰੇ ਨਾਲ ਹੋਣਗੇ EIFS ਤੋਂ ਮੈਡਮ ਆਸ਼ਿਕਾ ਜੀ ਹੋਣਗੇ। ਸੋ ਸਵਾਗਤ ਕਰ ਲੈਂਦੇ ਹਾਂ ਉਹਨਾਂ ਦਾ। ਵੈਲਕਮ ਟੂ ਦ ਸ਼ੋ ਆਸ਼ਿਕਾ। ਸਤਿ ਸ਼੍ਰੀ ਅਕਾਲ ਮੈਮ। ਸੋ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ ਕਿ ਨੰਬਰ EIFS ਤੇ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ, ਤੁਸੀਂ ਨੋਟ ਕਰ ਲਓ ਇਹਨਾਂ ਨੰਬਰਸ ਨੂੰ। ਆਫਿਸ ਦੇ ਐਡਰੈਸ ਵੀ ਫਲੈਸ਼ ਹੋ ਰਹੇ ਨੇ, ਉਹ ਵੀ ਨੋਟ ਕਰਕੇ ਰੱਖੋ। ਸ਼ੋਅ ਚੱਲ ਰਿਹਾ ਹੁਣ ਵੀ, ਜੇਕਰ ਤੁਹਾਡੀ ਕੋਈ ਇਨਕੁਆਇਰੀ ਹੈਗੀ ਤੁਸੀਂ ਕਾਲ ਕਰ ਸਕਦੇ ਹੋ, ਸ਼ੋਅ ਤੋਂ ਬਾਅਦ ਵੀ ਕਰਨਾ ਚਾਹੋ ਤਾਂ ਵੀ ਮੋਸਟ ਵੈਲਕਮ ਹੈ। ਸੋ ਆਸ਼ਿਕਾ, ਸਭ ਤੋਂ ਪਹਿਲਾਂ ਤਾਂ ਕੰਗ੍ਰੈਚੁਲੇਸ਼ਨ। ਰੀਸੈਂਟਲੀ ਜਿਹੜਾ ਤੁਹਾਡਾ ਵੀਜ਼ਾ ਆਇਆ ਕਾਫੀ ਡਾਈਸੀ ਉਹਨਾਂ ਦਾ ਪ੍ਰੋਫਾਈਲ ਸੀਗਾ, ਹੈ ਨਾ। ਪਹਿਲਾਂ ਵਿਜ਼ਿਟਰ ਵੀਜ਼ਾ ਉਹਨਾਂ ਦਾ ਰਿਫਿਊਜ਼ ਹੋਇਆ, ਹੁਣ ਤੁਸੀਂ ਉਹਨਾਂ ਦਾ ਵੀਜ਼ਾ ਲਿਆ ਹੈਗਾ ਆ, ਸਟੂਡੈਂਟ ਵੀਜ਼ਾ, ਤੇ ਉਹਨਾਂ ਨੂੰ ਅਬਰੋਡ ਭੇਜ ਰਹੇ ਹੋ, ਉਹਨਾਂ ਦਾ ਡ੍ਰੀਮ ਪੂਰਾ ਕਰ ਰਹੇ ਹੋ। ਸੋ ਮੈਂ ਚਾਹਾਂਗੀ ਕਿ ਪਹਿਲਾਂ ਤਾਂ ਉਹ ਸਟੂਡੈਂਟ ਦੀ ਆਪਾਂ ਡਿਟੇਲ ਥੋੜੀ ਜਿਹੀ ਸ਼ੇਅਰ ਕਰ ਲੈਂਦੇ ਹਾਂ ਸਾਡੇ ਬੱਚਿਆਂ ਦੇ ਨਾਲ। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ। ਤੇ ਨਾਲੇ ਜਿਹੜਾ ਬੱਚਾ ਸੀਗਾ ਮੈਮ, ਉਹਨਾਂ ਦੇ ਜਿਹੜੀ ਰਿਫਿਊਜ਼ਲ ਸੀਗੀ ਵਿਜ਼ਿਟਰ ਵੀਜ਼ਾ ਤੇ ਨਾਲੇ ਉਹਨਾਂ ਦਾ ਜਿਹੜਾ ਮੋਡਿਊਲ ਸੀਗਾ ਇੱਕ 5.5 ਹੈ ਨਾ। ਤੇ ਦੂਸਰੀ ਗੱਲ, ਉਹਨਾਂ ਨੇ ਸਾਡੇ ਤੋਂ ਫਿਰ ਅਪਰੋਚ ਕੀਤੀ ਕਿ ਮੈਮ ਵੀ ਸਾਡਾ ਇੱਧਰ ਰਿਫਿਊਜ਼ਲ ਹੈ। ਪਹਿਲੇ ਤਾਂ ਥੋੜੇ ਘਬਰਾਏ ਵੀ ਹੋਏ ਸੀ ਵੀ ਆਪਣਾ ਹੁਣ ਲੱਗੂਗਾ ਕਿ ਨਹੀਂ ਲੱਗੂਗਾ। ਫਿਰ ਉਹਨਾਂ ਨੇ ਸਾਡੇ ਨਾਲ ਅਪਲਾਈ ਕੀਤਾ, ਸਾਡੇ ਨਾਲ ਕੰਟੈਕਟ ਕੀਤਾ EIFS ਦੇ ਆਫਿਸ ਵਿੱਚ। ਸੋ ਜਿਹੜੀ ਗੱਲ EIFS ਦੀ ਟੀਮ ਨੇ ਉਹਨਾਂ ਨੂੰ ਬਹੁਤ ਵਧੀਆ ਗਾਈਡ ਕੀਤਾ ਕਿ ਹਾਂ ਕਿ ਤੁਸੀਂ ਕੀ ਡਾਕੂਮੈਂਟੇਸ਼ਨ, ਜਿਹੜਾ ਮੇਨ ਉਹਨਾਂ ਨੇ ਕੰਮ ਕੀਤਾ ਉਹਦਾ ਫਾਈਲ ਤੇ ਉਹ ਸੀਗਾ ਫੰਡਿੰਗ ਦਾ। ਜਿਹੜੀ ਫੰਡਿੰਗ ਸੀਗੀ ਉਹ ਬਹੁਤ ਸਟਰੋਂਗ ਕਿ ਆਹ ਚੀਜ਼ ਤੁਹਾਨੂੰ ਵੀ ਆਹ ਚੀਜ਼ ਦਿਖਾਓ, ਆਹ ਫੰਡਿੰਗ ਦੀ ਕਮਜ਼ੋਰੀ ਆ ਇੱਥੇ ਫੜੋ। ਉਹਦਾ ਮੇਨ ਪੁਆਇੰਟ ਫੜ ਕੇ ਉਹਦੀ ਡਾਕੂਮੈਂਟੇਸ਼ਨਸ ਰੈਡੀ ਕੀਤੀ ਤੇ ਨਾਲੇ ਹੀ ਆਪਾਂ ਉਹਦਾ ਜਿਹੜਾ ਪ੍ਰੋਫਾਈਲ ਸੀ ਉਹ ਸੈੱਟ ਕਰਕੇ ਆਪਣੇ ਐਮਬੈਸੀ 'ਚ ਜਮ੍ਹਾਂ ਕਰਵਾਓ। ਤੇ ਮੈਮ ਵੀਜ਼ਾ ਤਾਂ ਆਉਣਾ ਹੀ ਸੀਗਾ। ਫਿਰ ਜੇ ਆਪਾਂ ਗਾਈਡੈਂਸ ਹੀ ਬਹੁਤ ਵਧੀਆ ਹੋਏ, ਕੰਸਲਟੈਂਟ ਬਹੁਤ ਵਧੀਆ ਹੋਣ ਤੇ ਵੀਜ਼ਾ ਆਉਣਾ ਬਣਦਾ ਹੀ ਸੀ। ਜੀ ਬਿਲਕੁਲ ਜੀ, ਰਾਈਟ। ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਅਸੀਂ ਆਪਣਾ ਜਿਹੜਾ ਹੈਗਾ ਆ ਇੱਕ ਪ੍ਰੋਫਾਈਲ ਲਗਾ ਦਿੰਦੇ ਹਾਂ, ਪਰ ਕੰਸਲਟੈਂਟ, ਮੈਂ ਹਮੇਸ਼ਾ ਹੀ ਸ਼ੋਜ਼ ਦੇ ਵਿੱਚ ਵੀ ਕਹਿੰਦੀ ਹਾਂ ਕਿ ਕੰਸਲਟੈਂਟ ਅਸੀਂ ਸਹੀ ਚੂਜ਼ ਨਹੀਂ ਕਰ ਪਾਉਂਦੇ, ਜਿਹਦੀ ਵਜ੍ਹਾ ਦੇ ਨਾਲ ਸਾਨੂੰ ਸਹੀ ਗਾਈਡੈਂਸ ਨਹੀਂ ਮਿਲ ਪਾਉਂਦੀ। ਕਈ ਵਾਰੀ ਸਟੂਡੈਂਟ ਜਿਹੜਾ ਬਿਲਕੁਲ ਕੋਰਾ ਹੁੰਦਾ, ਉਹਨਾਂ ਨੂੰ ਖੁਦ ਹੀ ਨਹੀਂ ਪਤਾ ਹੁੰਦਾ ਕਿ ਮੈਨੂੰ ਕਿਹੜਾ ਕਾਲਜ ਚਾਹੀਦਾ, ਕਿਹੜਾ ਕੋਰਸ ਮੇਰੇ ਲਈ ਸੂਟੇਬਲ ਹੋਏਗਾ। ਸੋ ਉਹਦੇ ਲਈ ਇੱਕ ਕੰਸਲਟੈਂਟ ਸਹੀ ਹੋਣਾ ਬਹੁਤ ਜ਼ਰੂਰੀ ਹੈਗਾ, ਜੋ ਤੁਹਾਨੂੰ ਟਾਈਮ ਤੇ ਗਾਈਡ ਕਰ ਸਕੇ, ਤੁਹਾਡੀ ਸਹੀ ਤਰੀਕੇ ਦੇ ਨਾਲ ਫਾਈਲ ਨੂੰ ਰੀਪ੍ਰਜੈਂਟ ਕਰ ਸਕੇ, ਤਾਂ ਕਿ ਤੁਸੀਂ ਆਪਣਾ ਭਵਿੱਖ ਜਿਹੜਾ ਉਹ ਵਧੀਆ ਬਣਾ ਸਕੋ। ਸੋ ਆਸ਼ਿਕਾ, ਹੁਣ ਮੈਂ ਗੱਲ ਕਰਾਂਗੀ, ਜੇ ਮੈਂ ਕਰੰਟ ਆਪਸ਼ਨਸ ਦੀ ਗੱਲ ਕਰਾਂ, ਜਿਹੜੇ ਬੱਚੇ ਹੁਣ ਕੈਨੇਡਾ ਜਾਣਾ ਚਾਹੁੰਦੇ ਨੇ, ਕਿਹੜੀਆਂ ਨੇ EIFS ਦੇ ਕੋਲ? ਸੋ ਮੈਮ, ਜਿਵੇਂ ਤੁਸੀਂ ਗੱਲ ਕਰੋ ਕਿ ਜਿਵੇਂ ਹੁਣ ਸੈਪਟੈਂਬਰ ਇਨਟੇਕ ਹੈ ਤੇ ਮੈਮ ਇਹਦਾ ਬਹੁਤ ਘੱਟ ਸਮਾਂ ਜਿਹੜਾ ਹੈਗਾ ਉਹ ਰਹਿ ਗਿਆ। ਤੇ ਆਪਾਂ ਇਸੇ ਚੀਜ਼ ਨੂੰ ਗੱਲ ਕਰਦੇ ਹੋਏ ਕਿ ਜੇ ਆਪਾਂ ਚਾਹੁੰਦੇ ਹਾਂ ਕਿ ਹਾਂ ਆਪਾਂ ਸੈਪਟੈਂਬਰ ਇਨਟੇਕ ਚਾਹੁੰਦੇ ਹਾਂ, ਜਿਵੇਂ ਕਈਆਂ ਬੱਚਿਆਂ ਦੀ 21 ਪਾਸ ਆਊਟ ਹੈ, 22 ਪਾਸ ਆਊਟ ਹੈ, ਉਹਨਾਂ ਲਈ ਇਹ ਸਮਾਂ ਕੁਛ ਬਹੁਤ ਜ਼ਰੂਰੀ ਹੈ ਕਿ ਉਹ ਇਸ ਸਮੇਂ ਦੇ ਅੰਦਰ ਕੰਮ ਕਰ ਲੈਣ। ਤੇ ਇਸੇ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਜਿਨ੍ਹਾਂ ਬੱਚਿਆਂ ਦੀ ਜੇ ਅਗਰ ਫਾਈਲ ਡਾਕੂਮੈਂਟੇਸ਼ਨਸ ਬਿਲਕੁਲ ਰੈਡੀ ਨੇ, ਫੰਡਿੰਗਸ ਰੈਡੀ ਨੇ, ਉਹ ਤਾਂ ਮੈਮ ਹੁਣ ਅਪਲਾਈ ਕਰ ਸਕਦੇ ਨੇ ਫॉर ਸੈਪਟੈਂਬਰ ਇਨਟੇਕ। ਪਰ ਇਨ ਕੇਸ ਜੇ ਬਾਕੀ ਜਿਨ੍ਹਾਂ ਦੀ ਫਾਈਲ ਡਾਕੂਮੈਂਟੇਸ਼ਨ ਸਾਰੀ ਚੀਜ਼ਾਂ 'ਤੇ ਵਰਕ ਕਰਨਾ, ਉਹ ਇੱਕ ਵਾਰੀ ਵੈਸੇ ਤਾਂ ਸਾਡੇ ਆਫਿਸ EIFS 'ਚ ਕੰਟੈਕਟ ਕਰਨ, ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਕਿ ਉਹਨਾਂ ਦਾ ਕੀ ਕਲੀਅਰੈਂਸ ਚਾਹੀਦੀ ਹੈ, ਕੀ ਡਾਕੂਮੈਂਟੇਸ਼ਨਸ ਚਾਹੀਦੀ ਨੇ, ਜੋ ਕਿ ਆਪਣੇ ਨਵੰਬਰ ਔਰ ਜਨਵਰੀ ਇਨਟੇਕ ਲਈ ਪ੍ਰਿਪੇਅਰ ਹੋ ਸਕਣ। ਤੇ ਜੇ ਆਪਾਂ ਗੱਲ ਕਰੀਏ ਕਿ ਸਾਡੇ ਤੋਂ ਆਪਸ਼ਨ, ਮੈਮ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਕਿ ਕਿਊਬਿਕ ਦੇ ਜਿਹੜੇ ਪ੍ਰਾਈਵੇਟ ਕਾਲਜਸ ਨੇ ਉਹ ਬੰਦ ਨੇ, ਹੈ ਨਾ, ਜਿਨ੍ਹਾਂ ਨੂੰ ਕਹਿੰਦੇ ਇੱਕ ਤਰਫ ਦਾ ਬਲੈਕ ਲਿਸਟ ਕਰਤਾ ਗਿਆ। ਉਸ ਹਿਸਾਬ ਨਾਲ ਸਾਡੇ ਤੋਂ ਹੁਣ ਇੱਕ EIFS ਦਾ ਜਿਹੜੇ ਮੌਂਟਰੀਅਲ ਵਿੱਚ ਪਬਲਿਕ ਸਕੂਲ ਨੇ, ਉਹਨਾਂ 'ਚ ਟਾਈ ਅਪ ਹੋਇਆ ਹੈ, ਜਿਹਦੇ ਅੰਦਰ 7 ਕਾਲਜਸ ਨੇ ਪਬਲਿਕ ਕਾਲਜ। ਜਿਹੜੇ ਬੱਚਿਆਂ ਦੇ ਬੈਂਡ ਅੱਜ ਕੱਲ੍ਹ ਸਕੋਰ ਹੁੰਦੇ ਆ 5.5, ਹੈ ਨਾ, ਉਹ ਬੱਚੇ ਸੋਚਦੇ ਨੇ ਕਿ ਅਸੀਂ ਜਾ ਨਹੀਂ ਸਕਦੇ ਜਾਂ ਸਾਡਾ ਨੋਨ STS ਚੈੱਕ ਹੈ, ਅਸੀਂ ਚੈੱਕ ਲਿਸਟ ਦੇ ਅੰਦਰ ਨਹੀਂ ਆਉਂਦੇ। ਤਾਂ ਉਹ ਬੱਚੇ ਕਈ ਟਾਈਮ ਨਾ ਮਾਯੂਸ ਹੋ ਜਾਂਦੇ ਨੇ ਕਿ ਸਾਡਾ ਆਹ ਚੀਜ਼ 'ਤੇ ਸਟੂਡੈਂਟ ਵੀਜ਼ਾ ਲੱਗ ਸਕਦਾ ਜਾਂ ਨਹੀਂ। ਤੇ ਮੈਮ ਤੁਹਾਨੂੰ ਜੇ ਮੈਂ ਦੱਸਾਂ ਤੇ ਇਸ ਜਿਹੜੇ ਪਬਲਿਕ ਕਾਲਜ ਨੇ, ਇਹਨਾਂ ਦੀ ਰਿਕੁਆਇਰਮੈਂਟ IELTS ਦੀ ਆਪ ਹੀ ਘੱਟ ਹੈ, ਬਿਕੋਜ਼ ਇਹਨਾਂ ਦੀ ਆਪਣੀ ਇੱਕ ਲੈਂਗੁਏਜ ਹੁੰਦੀ ਹੈ ਜਿੱਥੇ ਉਹ ਸਟੱਡੀ ਕਰਦੇ ਨੇ, ਉਹਨੂੰ ਕਹਿੰਦੇ ਫਰੈਂਚ ਲੈਂਗੁਏਜ, ਹੈ ਨਾ, ਜਿਹੜੀ ਉਹ ਆਪ ਸਟੱਡੀ ਕਰਾਉਂਦੇ ਨੇ ਮੌਂਟਰੀਅਲ ਦੇ ਪਬਲਿਕ ਸਕੂਲ ਕਾਲਜਸ ਵਿੱਚ। ਤੇ ਇਹਨਾਂ ਦੇ ਅੰਦਰ ਮੈਮ ਵੀਕ 'ਚ ਜਿਹੜੀ ਹੁੰਦੀ ਆ ਉਹ 2 ਕਲਾਸਿਸ ਹੁੰਦੀਆਂ ਨੇ, ਜਿਹੜੀਆਂ ਫਰੈਂਚ ਕਲਾਸਿਸ ਦੀ ਹੁੰਦੀਆਂ ਨੇ, ਜੋ ਪਰ ਮੰਥ 4 ਲਾਉਣੀ ਹੁੰਦੀ ਹੈ। ਤੇ ਮੈਮ ਇਹਦਾ
ਬੈਨੀਫੀਸ਼ੀਅਲ ਪੁਆਇੰਟ ਜੇ ਲਗਾਈਏ ਤੇ ਆਹ ਜਿਹੜੀ ਕਲਾਸਿਸ ਲਾਉਂਦੇ ਉਹ ਸਾਨੂੰ ਪੇ ਕਰਦੇ ਨੇ $184 ਪਰ ਕਲਾਸ ਤੇ ਜਿਹਦੇ ਨਾਲ ਤੁਸੀਂ ਲਗਾ ਲਓ ਕਿ ਹਰ ਇੱਕ ਬੱਚਾ ਜੇ ਆਪਣੀ ਸਟੱਡੀ ਦੀ ਫੀਸ ਭਰ ਕੇ ਵੀ ਆਪਣਾ ਕਮਾ ਰਿਹਾ $800 ਪਰ ਮੰਥ ਤੇ ਉਹਦੇ ਲਈ ਬੈਨੀਫੀਸ਼ੀਅਲ ਹੀ ਹੋਏਗਾ ਮੈਮ। ਤੇ ਇਸ ਕਰਕੇ ਸਾਡੇ ਲਈ ਇਹ ਬੈਸਟ ਆਪਸ਼ਨ ਹੈ ਔਰ ਇਹਨਾਂ ਦੀ ਜਿਹੜੀ ਆਇਲਸ ਜਿਹੜੀ ਰਿਕੁਆਇਰਮੈਂਟ ਉਹ ਘੱਟ ਹੈ, ਇਸ ਕਰਕੇ ਇਹ ਬੱਚੇ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਦੇ 5.5 ਇੱਕ ਮੋਡਿਊਲ 'ਚ ਵੀ ਹੈਗੇ ਨੇ ਜਾਂ ਉਹ ਕਿਤੇ ਰਿਫਿਊਜ਼ਡ ਵੀ ਹੈਗੇ ਨੇ ਤੇ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਕੰਸਲਟੈਂਟ ਨਾਲ, ਜੋ ਕਿ ਵਧੀਆ ਤਰੀਕੇ ਨਾਲ ਤੁਹਾਨੂੰ ਗਾਈਡ ਕਰਨਗੇ। ਔਰ ਓਬਵੀਅਸਲੀ ਤੁਹਾਡਾ ਜੇ ਹੈਗਾ ਕਿ ਜੇ ਤੁਹਾਡੀ ਐਜੂਕੇਸ਼ਨਲ ਬਹੁਤ ਵਧੀਆ ਹੈ, ਜੇ ਤੁਸੀਂ ਕੋਰਸ ਸਿਲੈਕਸ਼ਨ EIFS ਤੇ ਛੱਡਦੇ ਹੋ, ਜੇ ਆਪਾਂ ਤੁਹਾਨੂੰ ਦੱਸੀਏ ਅੱਜ ਕੱਲ੍ਹ ਬੱਚੇ ਉਲਝ ਜਾਂਦੇ ਨੇ ਕਿ ਸਾਡਾ ਕੋਰਸ ਕਿਹੜਾ ਹੋਊਗਾ, ਅਸੀਂ ਕੀ ਕੰਮ ਕਰਾਂਗੇ ਕੀ ਨਹੀਂ, ਕਿਵੇਂ ਜਾਵਾਂਗੇ ਕਿਵੇਂ ਨਹੀਂ, ਤੇ ਉਹ ਅੱਜ ਕੱਲ੍ਹ ਨਾ ਕੋਰਸ ਸਿਲੈਕਸ਼ਨ ਵਿੱਚ ਗਲਤ ਡਿਸੀਜ਼ਨ ਲੈ ਲੈਂਦੇ ਨੇ ਜਿਹਦੇ ਕਰਕੇ ਉਹਨਾਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ। ਤੇ EIFS ਦਾ ਮੇਨ ਹੁੰਦਾ ਹੈ ਕਿ ਮੇਨ ਜਿਹੜਾ ਪ੍ਰਾਇਮਰੀ ਪੁਆਇੰਟ ਹੈ ਕਿ ਆਪਾਂ ਲੈਣਾ ਵੀਜ਼ਾ। ਉਹ ਵੀਜ਼ਾ ਲਈ ਆਪਾਂ ਡਿਸਾਈਡ ਸਿਲੈਕਟ ਕਰਦੇ ਕਿ ਉਹ ਬੱਚੇ ਦੀ ਪ੍ਰੋਫਾਈਲ ਕਿੱਥੇ ਹੈ, ਉਸ ਬੱਚੇ ਨੂੰ ਕਿਹੜਾ ਕੋਰਸ ਜਾਂ ਕਿਹੜੇ ਕਾਲਜ ਵਿੱਚ ਪਾਇਆ ਜਾਏ ਕਿ ਜਿਹਦੇ ਕਰਕੇ ਉਹਨੂੰ ਕਿਸੇ ਰਿਫਿਊਜ਼ਲ ਦਾ ਸਾਹਮਣਾ ਨਾ ਕਰਨਾ ਪਏ। ਤਾਂ ਉਹਦੀ ਪ੍ਰਾਇਮਰੀ ਜਿਹੜਾ ਹੈਗਾ ਪੁਆਇੰਟ ਉਹ ਕੀ ਵੀਜ਼ਾ ਲੈਣਾ, ਉਹਨੂੰ ਵੀਜ਼ਾ ਦਿੱਤਾ ਜਾਏ ਤਾਂ ਉਹਨੂੰ ਕੈਨੇਡਾ ਵਿੱਚ ਸਟੱਡੀ ਕਰਨ ਦਾ ਵੀ ਸੁਪਨਾ ਪੂਰਾ ਕੀਤਾ ਜਾ ਸਕਦਾ ਹੈ ਮੈਮ। ਜੀ ਬਿਲਕੁਲ। ਸੋ ਜਾਣੀ ਕਿ ਤੁਹਾਡੇ ਕੋਲ ਆਪਸ਼ਨਸ ਹਰ ਤਰ੍ਹਾਂ ਦੇ ਸਟੂਡੈਂਟਸ ਲਈ ਹੈਗੀਆਂ ਨੇ। ਜਦੋਂ ਅਸੀਂ ਗੱਲ ਕਰਦੇ ਹਾਂ ਚਲੋ ਠੀਕ ਹੈ ਇੱਕ ਫਰੈਸ਼ ਪਾਸ ਆਊਟ ਬੱਚਾ ਹੈ, ਵਧੀਆ ਉਹਦੇ ਬੈਂਡ ਸਕੋਰਸ ਨੇ, ਉਹ ਤਾਂ ਕੈਨੇਡਾ ਜਾ ਹੀ ਸਕਦਾ, ਪਰ ਲੋ ਬੈਂਡਸ ਦੀ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਆ, ਰਿਫਿਊਜ਼ ਸਟੂਡੈਂਟਸ ਦੀ ਗੱਲ ਕੀਤੀ ਹੈਗੀ ਆ, ਉਹਨਾਂ ਦੇ ਲਈ ਵੀ ਆਪਸ਼ਨਸ EIFS ਕੋਲ ਹੈਗੀਆਂ ਨੇ। ਜਿਵੇਂ ਇਹਨਾਂ ਨੇ ਕਿਹਾ ਕਿ 5.5 ਬੈਂਡ ਵੀ ਜੇਕਰ ਤੁਹਾਡੇ, ਕਿਉਂਕਿ ਅੱਜ ਤੱਕ ਅਸੀਂ ਪ੍ਰਮੋਟ ਕਰ ਰਹੇ ਸੀਗੇ ਕਿ ਜੇਕਰ ਤੁਹਾਡੇ 5.5 ਬੈਂਡ ਹੈ ਤਾਂ ਤੁਸੀਂ ਕੈਨੇਡਾ ਨਹੀਂ ਜਾ ਸਕਦੇ, ਪਰ ਹੁਣ ਨਵੇਂ ਰੂਲਸ ਵੀ ਆ ਗਏ ਨੇ ਤੇ ਨਵੀਆਂ ਆਪਸ਼ਨਸ ਵੀ ਹੁੰਦੀਆਂ ਨੇ। ਜਿਵੇਂ ਇਹਨਾਂ ਨੇ ਕਿਹਾ ਕੁਝ ਕਾਲਜ ਹੁੰਦੇ ਨੇ, ਕੁਝ ਕੋਰਸਿਸ ਇੱਦਾਂ ਦੇ ਹੁੰਦੇ ਨੇ, ਜੇਕਰ ਤੁਸੀਂ ਪਰਟੀਕੂਲਰ ਉਹਨਾਂ ਕਾਲਜ ਜਾਂ ਫਿਰ ਉਹਨਾਂ ਕੋਰਸਿਸ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਤੁਸੀਂ 5.5 ਬੈਂਡ ਦੇ ਨਾਲ ਵੀ ਕੈਨੇਡਾ ਜਾ ਕੇ ਸਟੱਡੀ ਕਰ ਸਕਦੇ ਹੋ। ਸੋ ਇਹਦੇ ਲਈ ਹੋਰ ਜਾਣਕਾਰੀ ਚਾਹੀਦੀ ਹੈ, ਤੁਸੀਂ ਆਪਣਾ ਪ੍ਰੋਫਾਈਲ ਜਿਹੜਾ ਉਹ ਡਿਸਕਸ ਕਰੋ, ਤੁਹਾਨੂੰ ਦੱਸ ਦਿੱਤਾ ਜਾਏਗਾ ਕਿ ਕਿਹੜਾ ਕਾਲਜ ਲਓ ਜਾਂ ਫਿਰ ਕਿਹੜਾ ਕੋਰਸ ਤੁਸੀਂ ਲੈ ਕੇ 5.5 ਬੈਂਡ ਦੇ ਨਾਲ ਜਾਂ ਰਿਫਿਊਜ਼ ਵੀ ਹੋ ਚੁੱਕੇ ਹੋ ਕਿਤੇ, ਤਾਂ ਵੀ ਤੁਸੀਂ ਕੈਨੇਡਾ ਜਾ ਕੇ ਸੈਟਲ ਹੋ ਸਕਦੇ ਹੋ। ਅੱਛਾ, ਹੁਣ ਇਹ ਤਾਂ ਅਸੀਂ ਗੱਲ ਕੀਤੀ ਕਿ ਚਲੋ ਠੀਕ ਹੈ ਲੋ ਬੈਂਡਸ ਵਾਲਿਆਂ ਵਾਸਤੇ ਵੀ ਤੁਹਾਡੇ ਕੋਲ ਆਪਸ਼ਨ ਹੈਗੀ ਆ, ਰਿਫਿਊਜ਼ ਵਾਸਤੇ ਵੀ ਹੈਗੀ ਆ, ਜਿਨ੍ਹਾਂ ਬੱਚਿਆਂ ਦੀ ਸਟੱਡੀ 'ਚ ਗੈਪ ਹੋ ਚੁੱਕਾ ਉਹਨਾਂ ਲਈ ਕੋਈ ਆਪਸ਼ਨ ਹੈ, ਔਰ ਮੈਕਸ ਕੈਨੇਡਾ ਵਾਸਤੇ ਕਿੰਨਾ ਕੁ ਗੈਪ ਚੱਲ ਜਾਏਗਾ? ਜੀ ਮੈਮ, ਤੇ ਜਿਵੇਂ ਮੈਂ ਤੁਹਾਨੂੰ ਪਹਿਲੇ ਹੀ ਕਲੀਅਰ ਕੀਤਾ ਕਿ ਜਿਹੜੀ ਆਪਾਂ ਫਾਈਲ ਡਾਕੂਮੈਂਟੇਸ਼ਨਸ ਕਰਦੇ ਹਾਂ ਉਹ ਪੂਰੀ ਉਹਨਾਂ ਦੀ ਸਟੱਡੀ ਕੀਤੀ ਜਾਂਦੀ ਹੈ ਕਿ ਹਾਂ ਉਹ ਬੱਚੇ ਨੂੰ ਕਿਸ ਕੋਰਸ ਲਈ ਕਿਵੇਂ ਲਗਾਇਆ। ਤੇ ਇੱਦਾਂ ਹੀ ਕਈ ਸਾਡੇ ਤੋਂ ਆਉਂਦੇ ਕਿ ਜਿਨ੍ਹਾਂ ਦਾ ਗੈਪ ਹੁੰਦਾ ਆ, ਜਿਨ੍ਹਾਂ ਦੀ ਕੀ ਕਹਿੰਦੇ ਰਿਫਿਊਜ਼ਲਸ ਹੁੰਦੇ ਨੇ, ਲੋ ਬੈਂਡਸ ਹੁੰਦੇ ਨੇ, ਉਹ ਬੱਚੇ ਜਿਵੇਂ ਕਿ ਘਬਰਾ ਜਾਂਦੇ ਨੇ ਕਿ ਸਾਡੇ ਅੱਗੇ ਵੀਜ਼ਾ ਲੱਗੂਗਾ ਕਿ ਨਹੀਂ, ਜਾਂ ਸਾਡੇ 5-6 ਰਿਫਿਊਜ਼ਲਸ ਨੇ। ਤੇ ਮੈਂ ਉਹ ਤੁਹਾਨੂੰ ਮੈਮ ਜਿਵੇਂ ਤੁਹਾਨੂੰ EIFS ਦਾ ਰਿਕਾਰਡ ਪਤਾ ਹੀ ਹੈ, ਉਹਨਾਂ ਦੇ ਪਹਿਲੇ ਹੀ 5-6 ਰਿਫਿਊਜ਼ਲਸ ਤੋਂ ਬਾਅਦ ਵੀ ਵੀਜ਼ਾਸ ਆਏ ਨੇ, ਉਹ ਜੋ ਤੁਸੀਂ ਆਪਣੇ ਸਾਡੇ YouTube ਚੈਨਲਸ 'ਤੇ ਵੀ ਦੇਖ ਸਕਦੇ ਹੋ, ਆਲਰੇਡੀ ਅਪਲੋਡਡ ਨੇ। ਤੇ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰਾਂ ਲੋ ਬੈਂਡਸ ਦੀ ਤੇ ਰਿਫਿਊਜ਼ਲ ਦੀ ਮੈਮ, ਤੇ ਗੈਪ ਵੀ ਜੇ ਤੁਸੀਂ ਸੋਚੋ ਮੈਮ ਕਿ ਅਗਰ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਜੇ ਆਪਾਂ ਤੁਸੀਂ ਕੋਈ ਕੰਮ ਕਰ ਰਹੇ ਹੋ ਜਾਂ ਕੋਈ ਐਕਸਪੀਰੀਅੰਸ ਹੈਗਾ ਤੇ ਤੁਹਾਡੇ ਕੋਲ ਗੈਪ ਹੈਗਾ ਸਰ, ਇੱਕ ਮੈਮ ਐਮਬੈਸੀ ਕੀ ਮੰਗਦੀ ਹੈ ਇੱਕ ਜਸਟੀਫਿਕੇਸ਼ਨ ਆਂਸਰ, ਕਿ ਜੇ ਤੁਹਾਡੇ ਕੋਲ ਇੱਕ ਜਸਟੀਫਿਕੇਸ਼ਨ ਹੈਗਾ ਉਸ ਗੈਪ ਦਾ ਕਿ ਹਾਂ ਤੁਸੀਂ ਇੰਨਾ ਟਾਈਮ ਕੀ ਕੀਤਾ, ਤੇ ਮੈਮ ਓਬਵੀਅਸਲੀ ਬਣਦਾ ਕਿ ਕਿਸੇ ਬੱਚੇ ਕੋਈ ਬੱਚਾ ਫ੍ਰੀ ਰਹਿ ਕੇ ਤਾਂ ਹੋਇਆ ਨਹੀਂ, ਜੇ ਉਹਨਾਂ ਤੋਂ ਜਸਟੀਫਿਕੇਸ਼ਨ ਹੈਗਾ ਕਿ ਮੈਂ ਇਹ ਗੈਪ ਇੰਨੇ ਟਾਈਮ ਲਈ ਇਸ ਕਰਕੇ ਹੈ, ਤੇ ਉਹ ਓਬਵੀਅਸਲੀ ਜੇ ਤੁਸੀਂ ਵਿਦ ਪ੍ਰੂਫ ਉਹਨਾਂ ਨੂੰ ਦਿਓ ਤੇ ਉਹ ਕੰਮ ਜ਼ਰੂਰ ਕਰੂਗਾ। ਤੇ ਸਾਡੇ ਕੋਲ ਜਿਹੜੀ ਸਾਡੀ ਸਾਰੀ ਫਾਈਲ ਹੁੰਦੀ ਆ, ਫਾਈਲਿੰਗ ਦਾ ਸਾਰਾ ਕੰਮ ਹੁੰਦਾ ਮੈਮ, ਉਹ ਇੱਕ ਪੂਰੀ ਲਾਇਰ ਟੀਮ ਦੇ ਨਾਲ ਹੁੰਦਾ। ਸਾਰੀ ਡਿਸਕਸ਼ਨ ਜਿਹੜੀ ਆ ਉਹ ICCRC ਇਮੀਗ੍ਰੇਸ਼ਨ ਲਾਇਰਸ ਨੇ, ਉਹਨਾਂ ਦੇ ਨਾਲ ਬਹਿ ਕੇ ਸਾਰੀ ਉਹਨਾਂ ਦੀ ਫਾਈਲ ਦੀ ਸਾਰੀ ਸਟੱਡੀ ਕੀਤੀ ਜਾਂਦੀ ਹੈ ਕਿ ਆਹ ਬੱਚੇ ਨੂੰ ਕਿੱਥੇ ਕੀ ਕੋਰਸ ਜਾਂ ਇਹ ਬੱਚੇ ਦਾ ਆਪਾਂ ਕਰ ਸਕਦੇ ਹਾਂ, ਆਹ ਬੱਚੇ ਦਾ ਗੈਪ ਇੰਨਾ ਜਾਂ ਇਸ ਚੀਜ਼ ਨੂੰ ਕਲੀਅਰ ਕਰਕੇ ਉਹਨਾਂ ਨੂੰ ਆਪਾਂ ਇੱਕ ਚੈੱਕ ਲਿਸਟ ਦਿੰਦੇ ਹਾਂ। ਹਰ ਇੱਕ ਬੱਚੇ ਦੀ ਮੈਮ ਅਲੱਗ-ਅਲੱਗ ਚੈੱਕ ਲਿਸਟ ਹੁੰਦੀ ਆ ਉਹਦੇ ਫਾਈਲਸ ਦੇ ਅਕੋਰਡਿੰਗ। ਉਸੇ ਤਰੀਕੇ ਨਾਲ ਇਸੇ ਚੈੱਕ ਲਿਸਟ ਨੂੰ ਧਿਆਨ ਦਿੱਤਾ ਜਾਂਦਾ, ਉਸ ਬੱਚੇ ਨੂੰ ਉਹ ਚੈੱਕ ਲਿਸਟ ਦਿੰਦੇ, ਜੇ ਉਹ ਡਾਕੂਮੈਂਟੇਸ਼ਨਸ ਰੈਡੀ ਨੇ ਤਾਂ ਮੈਮ ਵੀਜ਼ਾ ਤਾਂ ਆਉਂਦਾ ਹੀ ਹੈ। ਤੇ ਜੇ ਤੁਸੀਂ ਗੈਪ ਦੀ ਗੱਲ ਕੀਤੀ ਤੇ ਹਾਂਜੀ ਮੈਮ, ਜੇ ਗੈਪ ਦਾ ਤੁਹਾਡੇ ਕੋਲ ਜਸਟੀਫਿਕੇਸ਼ਨ ਹੈਗਾ ਕਿ ਹਾਂ ਮੈਂ ਇੰਨਾ ਟਾਈਮ ਇਹ ਚੀਜ਼ ਤੇ ਐਕਸਪੀਰੀਅੰਸ ਜਾਂ ਲੈ ਰਿਹਾ ਸੀ ਜਾਂ ਮੈਂ ਵਰਕ ਕਰ ਰਿਹਾ ਸੀ ਜਾਂ ਮੇਰੀ ਸਟੱਡੀ ਚੱਲ ਰਹੀ ਸੀ, ਤੇ ਮੈਮ ਓਬਵੀਅਸਲੀ ਵੀਜ਼ਾ ਬਣਦਾ ਹੀ ਹੈ ਕਿ ਆਉਣਾ ਚਾਹੀਦਾ ਹੈ। ਜੀ ਬਿਲਕੁਲ ਜੀ। ਸੋ ਗੈਪ ਦੀ ਜਸਟੀਫਿਕੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਤੁਹਾਡਾ ਵੀਜ਼ਾ ਆ ਜਾਏਗਾ ਜੀ। ਸੋ ਨੰਬਰ EIFS ਦੇ ਲਗਾਤਾਰ TV ਸਕਰੀਨ ਤੇ
ਫਲੈਸ਼ ਹੋ ਰਹੇ ਨੇ। ਆਈ ਹੋਪ ਤੁਸੀਂ ਹੁਣ ਤੱਕ ਨੋਟ ਵੀ ਕਰ ਲਏ ਹੋਣਗੇ, ਆਫਿਸ ਦਾ ਐਡਰੈਸ ਵੀ ਨੋਟ ਕਰ ਲਿਆ ਹੋਵੇਗਾ। ਸੋ ਜੋ ਵੀ ਤੁਹਾਡਾ ਪ੍ਰੋਫਾਈਲ ਹੈ ਤੁਸੀਂ ਡਿਸਕਸ ਕਰੋ। ਸੋ ਇੱਕ ਹੁਣ ਇੰਨੀ ਦਿਨ ਹੀ ਜਿਵੇਂ ਕਿ ਜਦੋਂ ਤੋਂ ਖਬਰ ਆਈ ਹੈ ਕਿ ਯੂਕੇ ਜਿਹੜਾ ਸਪਾਊਸ ਵੀਜ਼ਾ ਬੰਦ ਕਰ ਰਿਹਾ, ਕਿਉਂਕਿ ਇੱਕ ਜਿਨ੍ਹਾਂ ਨੇ ਸਪਾਊਸ ਦੇ ਨਾਲ ਪਹਿਲੇ ਦਿਨ ਤੋਂ ਜਾਣਾ ਹੁੰਦਾ ਸੀਗਾ ਅਬਰੋਡ ਦੇ ਵਿੱਚ, ਉਹਨਾਂ ਦੀ ਫਰਸਟ ਪ੍ਰਾਇੋਰਟੀ ਸੀ ਕਿਤੇ ਨਾ ਕਿਤੇ ਕਿ ਅਸੀਂ ਯੂਕੇ ਜਾਵਾਂਗੇ, ਪਰ ਹੁਣ ਯੂਕੇ ਬੰਦ ਕਰ ਰਿਹਾ ਸਪਾਊਸ ਵੀਜ਼ਾ। ਹੁਣ ਬੱਚੇ ਬੜੇ ਮਾਯੂਸ ਹੋ ਗਏ ਜਿਨ੍ਹਾਂ ਨੇ ਖਾਸ ਕਰਕੇ ਆਪਣੇ ਸਪਾਊਸ ਦੇ ਨਾਲ ਜਾਣਾ ਸੀ। ਤੁਹਾਡੇ ਕੋਲ ਕੋਈ ਆਪਸ਼ਨ ਹੈਗੀ ਹੈ ਇੱਦਾਂ ਦੀ ਜਿੱਥੇ ਹੁਣ ਜੇ ਯੂਕੇ ਨਹੀਂ ਤਾਂ ਕਿਤੇ ਹੋਰ ਬੱਚੇ ਜਿਹੜੇ ਨੇ ਆਪਣੇ ਸਪਾਊਸ ਦੇ ਨਾਲ ਜਾ ਸਕਣ, ਜਾ ਕੇ ਸੈਟਲ ਹੋ ਸਕਣ? ਜੀ ਮੈਮ, ਜਿਵੇਂ ਤੁਹਾਨੂੰ ਪਤਾ ਕਿ ਯੂਕੇ ਨੇ ਹੁਣ ਸਪਾਊਸ ਪਹਿਲੇ ਦਿਨ ਤੋਂ ਜਾਣਾ ਬਿਲਕੁਲ ਹੀ ਮਨਾ ਕਰਤਾ ਹੈ। ਹੁਣ ਕੋਈ ਵੀ ਸਪਾਊਸ ਪਹਿਲੇ ਦਿਨ ਆਪਣੇ ਜਿਹੜੇ ਮੇਨ ਐਪਲੀਕੈਂਟ ਨਾਲ ਨਹੀਂ ਜਾ ਸਕਦਾ। ਉਹਨਾਂ ਦਾ ਮੇਨ ਰੀਜ਼ਨ ਆਹੀ ਸੀ ਕਿ ਬੈਸਟ ਉੱਥੇ ਜਾ ਕੇ ਜਿਹੜੇ ਸਟੱਡੀ ਵੀਜ਼ਾ 'ਤੇ ਜਾ ਰਹੇ ਥੇ, ਵਰਕ ਪਰਮਿਟ, ਉਹ ਚਾਹੁੰਦੇ ਕਿ ਸਾਡਾ ਜਾਂਦੇ ਹੀ ਵਰਕ ਪਰਮਿਟ ਹੋ ਜਾਏ ਕਨਵਰਟ। ਉਹ ਸਟੱਡੀਜ਼ ਲਈ, ਕਲਾਸਿਸ ਲਈ ਪਹੁੰਚ ਹੀ ਨਹੀਂ ਰਹੇ ਸੀ। ਇਸ ਕਰਕੇ ਯੂਕੇ ਨੇ ਆ ਚੀਜ਼ ਨੂੰ ਕਲੀਅਰਲੀ ਮਨਾ ਕਰਤਾ ਕਿ ਹੁਣ ਫਸਟ ਡੇ ਸਪਾਊਸ ਨਹੀਂ ਜਾਊਗਾ। ਤੇ ਇਸੇ ਲਈ EIFS ਜਿਹੜਾ ਹੈਗਾ ਉਹਨਾਂ ਤੋਂ ਇਸ ਤੋਂ ਇਲਾਵਾ ਇੱਕ ਆਪਸ਼ਨ ਹੈ ਕੈਨੇਡਾ ਵਿੱਚ ਵੈਰੀ ਫਸਟ ਡੇ ਆਪਣੇ ਮੇਨ ਐਪਲੀਕੈਂਟ ਨਾਲ ਕੈਨੇਡਾ ਜਾ ਕੇ ਸਪਾਊਸ ਵੀਜ਼ਾ ਤੇ ਸੈਟਲ ਹੋਣ ਦਾ। ਜਿਵੇਂ ਕਿ ਤੁਹਾਨੂੰ ਪਤਾ ਮੈਮ, ਹਰ ਬੰਦਾ ਸਪਾਊਸ ਵੀਜ਼ਾ ਤੇ ਸਿਰਫ ਵਿਜ਼ਿਟਰ ਵੀਜ਼ਾ ਤੇ ਜਾ ਸਕਦਾ ਸਪਾਊਸ ਲਗਾ ਕੇ। ਤੇ ਉਹ ਸਪਾਊਸ ਜਿਵੇਂ ਹਰ ਇੱਕ ਬੱਚੇ ਦਾ ਜਾਂ ਹਰ ਇੱਕ ਪਲਾਨ ਚਾਹੁੰਦਾ ਕਿ ਆਪਾਂ ਕੈਨੇਡਾ ਤੋਂ ਵਾਪਿਸ ਨਹੀਂ ਆਉਣਾ, ਤੇ ਉਸੇ ਕਰਕੇ ਜਿਹੜੇ ਵਿਜ਼ਿਟਰਸ ਵੀਜ਼ਾ 'ਤੇ ਜਾਂਦੇ ਨੇ ਉਹ ਚਾਹੁੰਦੇ ਨੇ ਕਿ ਸਾਡਾ ਉੱਥੇ ਜਾ ਕੇ ਵਰਕ ਪਰਮਿਟ ਹੋ ਜਾਏ, ਆਪਾਂ ਪਰਮਾਨੈਂਟ ਉੱਥੇ ਸੈਟਲ ਹੋ ਜਾਈਏ, PR ਹੋ ਜਾਈਏ। ਤੇ ਇਸੇ ਚੀਜ਼ ਨੂੰ EIF ਜਿਹੜੀ ਹੈਗੀ ਹੈ ਉਹਨਾਂ ਦੇ ਬਰੈਂਪਟਨ ਵਿੱਚ ਵੀ ਇੱਥੇ ਲਾਇਰ ਆਫਿਸ ਨੇ ਜਿਹੜਾ ਉਹਨਾਂ ਨਾਲ ਆਪਾਂ ਮਿਲ ਕੇ ਇਹਨਾਂ ਦਾ ਜਿਹੜਾ ਵੀਜ਼ਾ ਕਨਵਰਟ ਕਰਾਉਣ 'ਚ ਵਰਕ ਪਰਮਿਟ ਦਾ ਉਹ ਕਲੀਅਰ ਕਰ ਦਿੰਦੇ। ਜਿਵੇਂ ਕਿ ਮੈਮ ਤੁਹਾਨੂੰ ਪਤਾ ਕਿ ਵਿਜ਼ਿਟਰ ਵੀਜ਼ਾ ਜਿਹੜਾ ਹੈਗਾ ਉਹ 6 ਮੰਥ ਲਈ ਹੁੰਦਾ ਹੈ, ਕਿ ਜਿਹਦੇ ਵਿੱਚ 6 ਮੰਥ ਨੂੰ ਤੁਹਾਨੂੰ ਰਿਟਰਨ ਵਾਪਿਸ ਆਉਣਾ ਹੀ ਪਵੇਗਾ, ਭਾਵੇਂ ਕੋਈ ਵੀ ਹੈਗਾ। ਤੇ ਇਸੇ ਕਰਕੇ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਕੈਨੇਡਾ ਜਾ ਕੇ ਸੈਟਲ ਹੋਈਏ। ਕੋਈ ਵੀ ਆਪਣਾ ਜਿਹੜਾ ਵੀਜ਼ਾ ਹੈ ਉਹ ਨਹੀਂ ਚਾਹੁੰਦਾ ਕਿ ਅਸੀਂ ਵਾਪਸ ਆਉਣਾ ਆ ਜਾਂ ਜਿਵੇਂ ਵੀ ਹੈਗਾ। ਜੇ ਉਹ ਕੈਨੇਡਾ ਗਿਆ ਤਾਂ ਉਹ ਸੈਟਲ ਹੋ ਨਹੀਂ ਗਏ, ਸਭ ਨੂੰ ਪਤਾ ਆ। ਤੇ ਇਸ ਕਰਕੇ ਸਾਡਾ EIFS ਜਿਹੜੇ ਹੈਗੇ ਆ ਉਹਨਾਂ ਦੇ ਬਰੈਂਪਟਨ ਵਿੱਚ ਵੀ ਆਫਿਸ ਨੇ ਜਿਨ੍ਹਾਂ ਨਾਲ ਮਿਲ ਕੇ ਆਪਾਂ ਉਹਨਾਂ ਦੀ ਫਾਈਲਸ ਜਿਹੜੀ ਆ ਵਰਕ ਪਰਮਿਟ ਵਿੱਚ ਕਨਵਰਟ ਕਰਨਾ ਦੀ ਪੂਰੀ ਉਹਨਾਂ ਦੀ ਮਦਦ ਕਰਦੇ ਹਾਂ। ਜਿਹੜਾ EIFS ਹੈ ਉਹ ਉਹਨਾਂ ਨੂੰ ਸ਼ਾਰਟ ਹੀ ਦਿੰਦਾ ਕਿ ਆਪਾਂ ਤੁਹਾਡਾ ਜਿਹੜਾ ਵਰਕ ਪਰਮਿਟ ਹੈ, ਜਿਹੜਾ ਆਪਾਂ ਤੁਹਾਡਾ ਵਿਜ਼ਿਟਰ ਵੀਜ਼ਾ ਨੂੰ ਵਰਕ ਪਰਮਿਟ ਵਿੱਚ ਕਨਵਰਟ ਕਰਾ ਦਾਂਗੇ। ਉੱਥੇ ਜਾ ਕੇ ਵੀ ਤੁਸੀਂ ਉਹਨਾਂ ਨਾਲ ਮਿਲ ਸਕਦੇ ਹੋ ਜਿਹੜੇ ਉੱਥੇ ਆਫਿਸ ਨੇ। ਤੇ ਇਸੇ ਚੀਜ਼ ਨੂੰ ਦੱਸਦੇ ਹੋਏ ਮੈਂ ਦੱਸੂੰ ਕਿ ਇਸ ਦਾ ਪ੍ਰੋਸੈਸ ਕਿੰਨਾ ਕੁ ਹੈ। ਜਿਵੇਂ ਕਿ ਆਪਾਂ ਵੈਰੀ ਫਸਟ ਡੇ ਆਪਾਂ ਸਪਾਊਸ ਲਗਾ ਕੇ ਇੱਥੋਂ ਜਾਂਦੇ ਹਾਂ, ਤੇ 1 ਮੰਥ ਦਾ ਆ ਪ੍ਰੋਸੈਸ ਹੈ ਮੈਮ, ਜਿਹਦੇ ਵਿੱਚ ਤੁਸੀਂ ਵੀਜ਼ਾ ਨੂੰ ਵਰਕ ਪਰਮਿਟ ਵਿੱਚ ਕਨਵਰਟ ਕਰ ਸਕਦੇ ਹੋ, ਜਿਹਦੇ ਵਿੱਚ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹੋ। ਸੋ ਜਿਹੜੇ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ 4 ਵੀਕ ਦਾ ਇੱਕ ਰੈਸਟ ਟਾਈਮ ਚਾਹੀਦਾ ਕਿ ਜਿਸ 'ਚ ਤੁਹਾਡਾ ਵੀਜ਼ਾ ਜਿਹੜਾ ਉਹ ਕਨਵਰਟ ਹੋ ਕੇ ਵਰਕ ਪਰਮਿਟ ਵਿੱਚ ਆ ਸਕਦਾ ਹੈ। ਤੇ ਇਸੇ ਚੀਜ਼ ਨੂੰ ਕਿ ਜਿਹੜਾ ਫਿਰ ਇਹਦੇ ਨਾਲ ਹੀ ਉਸ ਦਾ ਜਿਹੜਾ ਵੀਜ਼ਾ ਹੈ ਉਹ ਮੇਨ ਐਪਲੀਕੈਂਟ ਤੇ ਜਿੰਨਾ ਮੇਨ ਐਪਲੀਕੈਂਟ ਦਾ ਵੀਜ਼ਾ ਹੈ ਉਹਨਾਂ ਟਾਈਮ ਉਹਨਾਂ ਦਾ ਵੀਜ਼ੇ ਦੇ ਟਾਈਮ ਵੈਲਿਡਿਟੀ ਵੱਧ ਜਾਂਦੀ ਹੈ। ਓਕੇ, ਠੀਕ ਹੈ ਜੀ। ਸੋ ਆਈ ਹੋਪ ਜੀ ਇਹ ਵੀ ਤੁਹਾਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਵਿਜ਼ਿਟਰ ਵੀ ਪਹਿਲਾਂ ਸਪਾਊਸ ਦੇ ਨਾਲ ਜਾਣਾ, ਫਿਰ ਵਿਜ਼ਿਟਰ ਵੀਜ਼ਾ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਕਨਵਰਟ ਕਰਵਾ ਸਕਦੇ। ਇਹ ਆਪਸ਼ਨ ਵੀ EIFS ਦੇ ਕੋਲ ਹੈਗੀਆਂ ਨੇ। ਸੋ ਹੁਣ ਜੇਕਰ ਮੈਂ ਗੱਲ ਕਰਾਂ ਜਿਹੜੇ ਤੁਸੀਂ ਜਿੱਦਾਂ ਹੁਣੇ ਆਪਸ਼ਨ ਦਿੱਤੀ, ਜਿਹੜੇ ਸਟੂਡੈਂਟ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ, ਐਕਸਪੈਂਸਿਸ ਦੀ ਗੱਲ ਕਰਾਂ ਕਿੰਨੇ ਕੁ ਆ ਜਾਂਦੇ ਨੇ? ਜੀ ਮੈਮ, ਜੇ ਆਪਾਂ ਐਕਸਪੈਂਸਿਸ ਦੀ ਗੱਲ ਕਰੀਏ ਤਾਂ ਮੈਮ ਕਹਿੰਦੇ ਸਪਾਊਸ ਲਈ ਕਹਿੰਦੇ ਕਿ ਬੈਨੀਫੀਸ਼ੀਅਲ ਪੁਆਇੰਟ ਹੈ ਕਿ ਉਹਨਾਂ ਦਾ ਕੋਈ ਵੀ ਮੇਨ ਐਕਸਟਰਾ ਕਹਿੰਦੇ ਨਾ ਐਕਸਟਰਾ ਫੰਡ ਕੁਛ ਵੀ ਨਹੀਂ ਹੈਗਾ। ਉਹਨਾਂ ਨੂੰ ਸਿਰਫ ਇੱਕ ਅੰਬੈਸੀ ਫੀਸ ਜਿਹੜੀ ਹੈਗੀ ਉਹ ਭਰਨੀ ਪਊਗੀ, ਤੇ ਉਸ ਤੋਂ ਇਲਾਵਾ ਉਹਨਾਂ ਨੂੰ ਕੁਛ ਐਡੀਸ਼ਨਲ ਫੰਡਸ ਜਿਹੜੇ ਹੈਗੇ ਆ ਉਹ ਆਪਣੇ ਦਿਖਾਉਣੇ ਪੈਣਗੇ, ਸਿਰਫ ਉਹਨਾਂ ਦੇ ਲਿਵਿੰਗ ਐਕਸਪੈਂਸਿਸ। ਹੁਣ ਜਿਵੇਂ ਕੋਈ ਬਾਹਰ ਜਾ ਰਿਹਾ ਤਾਂ ਓਬਵੀਅਸਲੀ ਹਰ ਅੰਬੈਸੀ ਚਾਹੁੰਦੇ ਕਿ ਉਹਨਾਂ ਤੋਂ ਕਿਆ ਇੰਨਾ ਖਰਚਾ ਹੈਗਾ ਕਿ ਉਹ ਬਾਹਰ ਜਾ ਕੇ ਅਫੋਰਡ ਕਰ ਸਕਦੇ ਨੇ ਜੇ ਉਹਨਾਂ ਨਾਲ ਸਪਾਊਸ ਜਾ ਰਹੇ ਨੇ, ਕਿਉਂਕਿ ਉਹਨਾਂ ਲਈ ਸਪਾਊਸ ਤਾਂ ਵਿਜ਼ਿਟਰ ਵੀਜ਼ਾ ਤੇ ਜਾ ਰਿਹਾ, ਉੱਥੇ ਕੰਮ ਨਹੀਂ ਕਰ ਸਕਦਾ, ਤੇ ਉਹ ਕਿਆ ਆਪਣੇ ਆਪ ਐਡੀਸ਼ਨਲ ਫੰਡਸ ਇੰਨੇ ਲੈ ਕੇ ਜਾ ਰਿਹਾ ਕਿ ਉੱਥੇ ਜਾ ਕੇ ਰਹਿ ਸਕਦਾ, ਉੱਥੇ ਦੇ ਲਿਵਿੰਗਸ ਨੂੰ ਐਕਸਪੈਂਸ ਨੂੰ ਆਪਣੇ ਖਰਚੇ ਚੱਕ ਸਕਦਾ। ਇਸ ਕਰਕੇ ਉਸਨੂੰ ਸਿਰਫ ਇੱਕ ਐਡੀਸ਼ਨਲ ਫੰਡਸ ਸ਼ੋ ਕਰਨੇ ਪੈਣਗੇ, ਤੇ ਇੱਕ ਸਿਰਫ ਅੰਬੈਸੀ ਫੀਸ ਜਿਹੜੀ ਹੈਗੀ ਆ ਉਹਨਾਂ ਨੂੰ ਆਪਣੇ ਵਰਕ ਪਰਮਿਟ ਦੇ ਵੀਜ਼ਾ ਲਈ ਚਾਹੀਦੀ ਹੋਊਗੀ। ਇਸ ਦਾ ਜ਼ਿਆਦਾ ਐਕਸਪੈਂਸ ਕੋਈ ਨਹੀਂ ਹੈਗਾ, ਸਿਰਫ ਇਹਨਾਂ ਦੇ ਐਡੀਸ਼ਨਲ ਜਿਹੜੇ ਫੰਡਸ ਉਹਨਾਂ ਨੂੰ ਸ਼ੋ ਕਰਨੇ ਪੈਣਗੇ। ਸਿਰਫ ਇੰਨੀ ਕਿ ਇਹਨਾਂ ਦੇ ਬੈਨੀਫੀਸ਼ੀਅਲ ਪੁਆਇੰਟ ਆ ਇਹਨਾਂ ਲਈ, ਸਪਾਊਸ ਲਈ। ਓਕੇ, ਠੀਕ ਹੈ ਜੀ। ਸੋ ਕਿ ਇਹ ਜੇਕਰ ਮੈਂ ਪਰਟੀਕੂਲਰ ਵੀਜ਼ਾ ਦੀ ਗੱਲ ਕਰਾਂ, ਕਿਹੜੇ ਵੀਜ਼ਾ ਤੇ ਸਪਾਊਸ ਜਿਹੜਾ ਉਹ ਨਾਲ ਜਾ ਸਕਦਾ ਕੈਨੇਡਾ ਮੇਨ ਐਪਲੀਕੈਂਟ ਦੇ ਨਾਲ? ਮੈਮ ਜਿਵੇਂ ਤੁਸੀਂ ਲਾ ਲਓ ਸਟੱਡੀ ਵੀਜ਼ਾਸ ਤੇ ਜਿਹੜੇ ਮੇਨ ਐਪਲੀਕੈਂਟ ਨੇ ਉਹ ਜਾ ਸਕਦੇ ਨੇ,
ਤੇ ਵਰਕ ਪਰਮਿਟ ਤਾਂ ਤੁਹਾਨੂੰ ਪਤਾ ਉਹ ਤਾਂ ਆਪ ਚਾਹੁੰਦੇ ਨੇ ਕਿ ਅਸੀਂ ਵੀ ਉਹਨਾਂ ਦਾ ਕਨਵਰਟ ਹੋਗਾ। ਤੇ ਮੇਨ ਤੁਸੀਂ ਇਸ ਟਾਈਮ ਫੋਕਸ ਹੈ ਕਿ ਸਟੂਡੈਂਟ ਵੀਜ਼ਾਸ ਜਿਹੜੇ ਹੁੰਦੇ ਨੇ ਉਹਨਾਂ ਨਾਲ ਜਿਹੜਾ ਸਪਾਊਸ ਹੈ ਉਹ ਵੈਰੀ ਫਸਟ ਡੇ ਵਿਜ਼ਿਟਰ ਵੀਜ਼ਾ ਲਗਾ ਕੇ ਜਾ ਸਕਦਾ ਹੈ। ਜੀ ਠੀਕ ਹੈ ਜੀ। ਸੋ ਹੁਣ ਜੇਕਰ ਮੈਂ ਗੱਲ ਕਰਾਂ ਇਨਟੇਕ ਕਿਹੜਾ ਮਿਲੇਗਾ ਕੈਨੇਡਾ ਵਾਸਤੇ? ਮੈਮ ਜੇ ਤਾਂ ਡਾਕੂਮੈਂਟੇਸ਼ਨਸ ਬਿਲਕੁਲ ਰੈਡੀ ਨੇ ਤੇ ਤੁਸੀਂ ਜਿਵੇਂ 10 ਅਗਸਤ ਤੋਂ ਬਾਅਦ ਜਿਹੜੇ ਰੂਲਸ ਨੇ ਉਹ ਤੁਹਾਨੂੰ ਪਤਾ ਬਣਦੇ ਨੇ ਕੈਨੇਡਾ ਦੇ। ਤੇ ਇਸ ਤੋਂ ਬਾਅਦ ਜੇ ਤੁਸੀਂ ਮਿਡ ਵਿੱਚ ਅਗਸਤ ਵਿੱਚ ਵੀ ਅਪਲਾਈ ਕਰਦੇ ਹੋ, ਜੇ ਤੁਹਾਡੇ ਤੋਂ ਫੁੱਲ ਡਾਕੂਮੈਂਟੇਸ਼ਨਸ ਫੁੱਲ ਫੰਡਿੰਗ ਸਭ ਕੁਝ ਕਲੀਅਰ ਪਿਆ ਕਿ ਹਾਂ ਬਸ ਤੁਸੀਂ ਸਬਮਿਟ ਕਰਾਉਣਾ, ਤਾਂ ਮੈਮ ਤੁਹਾਡੇ ਲਈ ਸੈਪਟੈਂਬਰ ਇਨਟੇਕ ਵੀ ਬੈਸਟ ਆ। ਤੇ ਜਿਨ੍ਹਾਂ ਬੱਚਿਆਂ ਦੀ ਹਜੇ ਕੀ ਕਹਿੰਦੇ ਜੇ ਤਾਂ ਗੱਲ ਕਰੀਏ ਨਵੰਬਰ ਇਨਟੇਕ ਦੀ, ਤੇ ਮੈਮ ਜੇ ਬੱਚਿਆਂ ਦੀ ਉੱਥੇ ਥੋੜ੍ਹੀ ਜਿਹੀ ਪਰਸੈਂਟੇਜ ਹਜੇ ਘੱਟ ਹੈ ਕਿਉਂਕਿ ਸੀਟਸ ਆਲਮੋਸਟ ਫੁੱਲ ਹੋ ਚੁੱਕੀਆਂ ਨੇ, ਤੇ ਉਹ ਵੀ ਕੁਝ ਬੱਚੇ ਉਹੀ ਬੱਚੇ ਤਿਆਰ ਕਰਨ ਜਿਨ੍ਹਾਂ ਦੇ ਕੁਛ ਜਿਹੜੇ ਡਾਕੂਮੈਂਟਸ ਨੇ ਉਹ ਪੈਂਡਿੰਗ ਨੇ, ਤੇ ਉਹ ਕਲੀਅਰ ਜੇ ਕਰ ਸਕਦੇ ਨੇ ਤੇ ਉਹ ਅਪਲਾਈ ਨਵੰਬਰ ਇਨਟੇਕ ਤੇ ਬਾਕੀ ਜੇ ਮੈਂ ਗੱਲ ਕਰਾਂ ਤੇ ਜਨਵਰੀ ਇਨਟੇਕ ਇਸ ਟਾਈਮ ਫੁੱਲ ਪਿਆ ਵਾ, ਕਿਸੇ ਵੀ ਟਾਈਮ ਬੱਚਾ ਅਪਲਾਈ ਕਰ ਸਕਦਾ ਹੈ। ਉਸ ਲਈ ਡਾਕੂਮੈਂਟੇਸ਼ਨ ਲਈ ਕੰਸਲਟ ਕਰੇ ਆਪਣੇ ਜਿਹੜੇ EIFS ਦੀ ਟੀਮ ਨਾਲ, ਉਹ ਤੁਹਾਨੂੰ ਫੁੱਲ ਗਾਈਡ ਕਰਨਗੇ ਕਿ ਕੀ ਤੁਹਾਡੀ ਡਾਕੂਮੈਂਟੇਸ਼ਨਸ ਹੈ। ਹਰ ਬੱਚੇ ਦੇ ਅਲੱਗ ਕੋਰਸ ਅਲੱਗ ਕਾਲਜ ਦੇ ਹਿਸਾਬ ਨਾਲ ਉਹਨਾਂ ਦੀ ਚੈੱਕ ਲਿਸਟ ਦਿੱਤੀ ਜਾਊਗੀ ਤੇ ਉਹਨਾਂ ਨੂੰ ਉਹੀ ਗਾਈਡ ਕੀਤਾ ਜਾਊਗਾ। ਔਰ ਮੈਮ ਬੈਸਟ ਚੀਜ਼ EIFS ਦੀ ਉਹ ਸਿਰਫ ਉਸੇ ਫਾਈਲ ਤੇ ਵਰਕ ਕਰਨਗੇ ਉਹਨਾਂ ਬੱਚਿਆਂ ਦੀ ਕਰਦੇ ਆ ਕਿ ਜਿਨ੍ਹਾਂ ਨੂੰ ਪਤਾ ਹੈ ਕਿ ਮੈਮ ਕਿ ਉਹਨਾਂ ਦਾ ਬੱਚਿਆਂ ਦਾ ਵੀ ਟਾਈਮ ਜਿਹੜਾ ਵੇਸਟ ਨਾ ਹੋਵੇ, ਇਹਨਾਂ ਦਾ ਵੀ ਵੇਸਟ ਨਾ ਹੋਵੇ। ਜੇ ਲੱਗਦਾ ਕਿ ਮੈਮ ਇਹਨਾਂ ਦਾ ਵੀਜ਼ਾ ਅਪਰੂਵ ਹੋ ਸਕਦਾ ਤੇ ਮੈਮ ਉਹ ਉਹਨਾਂ ਬੱਚਿਆਂ ਨੂੰ ਹੀ ਸੁਜੈਸਟ ਕਰਦੇ ਨੇ ਕਿ ਹਾਂਜੀ ਤੁਸੀਂ ਲਗਾਓ। ਬਾਕੀ ਚਿੰਤਾ ਦੀ ਤਾਂ ਕੋਈ ਲੋੜ ਹੀ ਨਹੀਂ ਹੈਗੀ। ਅੱਜ ਕੱਲ੍ਹ EIFS ਦੇ ਤੁਹਾਨੂੰ ਪਤਾ ਹੈ ਹਰ ਰਿਕਾਰਡ 'ਚ 5.5 ਵਾਲੇ ਬੱਚਿਆਂ ਦੇ ਵੀ ਵੀਜ਼ਾਸ ਆ ਰਹੇ ਨੇ, ਰਿਫਿਊਜ਼ਲ ਵੀਜ਼ਾਸ ਵੀ ਆ ਰਹੇ ਨੇ, ਸਭ ਦੇ ਵੀਜ਼ਾਸ ਆ ਹੀ ਰਹੇ ਨੇ। ਸੋ ਬਿਲਕੁਲ ਜੀ, ਤੁਸੀਂ EIFS ਦੇ ਆਫਿਸ ਦੇ ਵਿੱਚ ਆ ਸਕਦੇ ਹੋ, ਜਿਵੇਂ ਈਵਨ ਲੱਗੇ ਹੋਏ ਵੀਜ਼ਾਸ ਵੀ ਇਹਨਾਂ ਦੇ ਦੇਖ ਸਕਦੇ ਹੋ। ਪ੍ਰੋਪਰ ਟੈਸਟੀਮੋਨੀਅਲਸ ਜਿਹੜੇ ਨੇ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ। ਸ਼ੋਅ ਦੇ ਐਂਡ ਦੇ ਵਿੱਚ ਅਸੀਂ ਵੀ ਤੁਹਾਨੂੰ ਦਿਖਾਵਾਂਗੇ ਜਿਹੜੇ ਸਟੂਡੈਂਟ ਦੇ ਰੀਸੈਂਟ ਵੀਜ਼ਾ ਆਏ ਨੇ EIFS ਦੇ ਥਰੂ, ਉਹਨਾਂ ਨੂੰ ਕਿੱਦਾਂ ਦੀਆਂ ਸਰਵਿਸਿਜ਼ ਲੱਗਦੀਆਂ ਨੇ, ਜਾਂ ਜਿਹੜੀਆਂ ਗੱਲਾਂ ਅਸੀਂ ਸ਼ੋਅ ਦੇ ਵਿੱਚ ਬੈਠ ਕੇ ਕਰਦੇ ਹਾਂ ਉਹਨਾਂ ਵਿੱਚ ਕਿੰਨੀ ਕੁ ਸੱਚਾਈ ਹੁੰਦੀ ਹੈ। ਇਹ ਟੈਸਟੀਮੋਨੀਅਲਸ ਤੁਸੀਂ ਸ਼ੋਅ ਦੇ ਵਿੱਚ ਵੀ ਦੇਖ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਪਹੁੰਚਦੇ ਹੋ ਤਾਂ ਵੀ ਤੁਹਾਨੂੰ ਸ਼ੋਅ ਕਰ ਦਿੱਤੇ ਜਾਣਗੇ। ਅੱਛਾ ਆਸ਼ਿਕਾ, ਹੁਣ ਜੇਕਰ ਮੈਂ ਗੱਲ ਕਰਾਂ ਰਿਫਿਊਜ਼ਲਸ ਦੀ, ਕਿਉਂਕਿ ਬਹੁਤ ਸਾਰੇ ਸਟੂਡੈਂਟਸ, ਕਈ ਵਾਰੀ ਤਾਂ ਚੰਗੇ ਸਟੂਡੈਂਟ ਜਿਹੜੇ ਹੈਗੇ ਨੇ ਉਹ ਰਿਫਿਊਜ਼ਲ ਦਾ ਸਾਹਮਣਾ ਉਹਨਾਂ ਨੂੰ ਵੀ ਕਰਨਾ ਪੈਂਦਾ। ਕੀ ਰੀਜ਼ਨ ਕੀ ਮੰਨਦੇ ਹੋ ਕਿਉਂ ਰਿਫਿਊਜ਼ ਜਿਹੜੇ ਸਟੂਡੈਂਟ ਹੋ ਜਾਂਦੇ ਨੇ? ਕਿਉਂਕਿ ਮੈਂ ਚਾਹੁੰਦੀ ਹਾਂ ਕਿ ਅਸੀਂ ਸਟੂਡੈਂਟ ਨੂੰ ਪਹਿਲਾਂ ਹੀ ਗਾਈਡ ਕਰ ਦਈਏ ਕਿ ਉਹਨਾਂ ਗੱਲਾਂ ਦਾ ਧਿਆਨ ਰੱਖਣ ਕਿ ਜਿੱਥੋਂ ਤੱਕ ਹੋ ਸਕੇ ਰਿਫਿਊਜ਼ਲ ਨੂੰ ਅਵੋਇਡ ਕੀਤਾ ਜਾਵੇ। ਸੋ ਜਿਵੇਂ ਮੈਮ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਬੱਚੇ ਜਿਹੜੇ ਹੁੰਦੇ ਨੇ ਜਿਨ੍ਹਾਂ ਦੇ 6 ਤੋਂ ਵੱਧ ਵੀ ਕੀ ਕਹਿੰਦੇ ਬੈਂਡ ਸਕੋਰ ਹੁੰਦੇ ਨੇ, ਉਹ ਵੀ ਬੱਚਿਆਂ ਨੂੰ ਇਹ ਹੋ ਜਾਂਦਾ ਕਿ ਬਸ ਸਾਡਾ ਤਾਂ ਵੀਜ਼ਾ ਲੱਗ ਜੂਗਾ, ਪਰ ਉਹਨਾਂ ਨੂੰ ਵੀ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਦੇ ਮੇਨ ਰੀਜ਼ਨ ਇਹੀ ਨੇ ਕਿ ਉਹਨਾਂ ਨੂੰ ਆਹ ਨਹੀਂ ਪਤਾ ਕਿ ਮੈਮ ਕਾਲਜ ਕਿਹੜਾ ਲੈਣਾ ਹੈ, ਆਪਾਂ ਕੋਰਸ ਕਿਹੜਾ ਚੱਕਣਾ ਹੈ, ਆਪਣੀ ਐਜੂਕੇਸ਼ਨ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਸਾਡਾ ਕੀ ਕੋਰਸ ਹੈ ਕੀ ਕਾਲਜ ਹੈ, ਜਿਨ੍ਹਾਂ ਕਰਕੇ ਕੰਸਲਟੈਂਟ ਵੀ ਉਹਨਾਂ ਨੂੰ ਕਈ ਵਾਰ ਗਲਤ ਮਿਲ ਜਾਂਦੇ, ਜਿਨ੍ਹਾਂ ਕਰਕੇ ਉਹਨਾਂ ਨੂੰ ਰਿਫਿਊਜ਼ਲਸ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਿ ਇੱਕ ਬਹੁਤ ਹੀ ਕਹਿੰਦੇ ਨਾ ਚੈੱਕਲਿਸਟ ਵਾਲੇ ਤਾਂ ਕਹਿੰਦੇ SDS ਚੈੱਕਲਿਸਟ ਵਾਲਿਆਂ ਤੋਂ ਵੈਸੇ ਮਾਨ ਜਿਹਾ ਹੋਣ ਲੱਗ ਜਾਂਦਾ ਕਿ ਨਹੀਂ ਆਪਣਾ ਤਾਂ ਹੋ ਹੀ ਜਾਣਾ। ਤੇ ਇਸੇ ਕਰਕੇ ਉਹਨਾਂ ਨੂੰ ਮੇਨ ਸਾਰੇ ਬੱਚਿਆਂ ਨੂੰ ਇਹੀ ਚੀਜ਼ ਹੈ ਕਿ ਜੇ ਆਪਾਂ ਕਿਤੇ ਸੋਚ ਰਹੇ ਹਾਂ ਕਿ ਆਪਾਂ ਆਫਟਰ +2 ਜਾਂ ਆਫਟਰ ਗ੍ਰੈਜੂਏਸ਼ਨ ਆਪਾਂ ਜੇ ਬਾਹਰ ਜਾ ਰਹੇ ਹਾਂ, ਤਾਂ ਪਹਿਲਾਂ ਤਾਂ ਮੇਨ ਉਹਨਾਂ ਦਾ ਇਹੀ ਬਣਦਾ ਕਿ ਉਹ ਆਪਣੇ ਅਕੋਰਡਿੰਗ ਆਪਣੇ ਕੋਰਸ ਤੇ ਆਪਣੀ ਐਜੂਕੇਸ਼ਨ ਦੇ ਹਿਸਾਬ ਨਾਲ ਪਹਿਲੇ ਤਾਂ ਆਪਣਾ ਕੋਰਸ ਸਿਲੈਕਟ ਕਰਨ, ਕੋਰਸ ਦੇ ਹਿਸਾਬ ਨਾਲ ਯੂਨੀਵਰਸਿਟੀ ਸਿਲੈਕਟ ਕਰਨ ਕਿ ਕਿਆ ਆਪਣਾ ਇੱਥੇ ਜਿਹੜਾ ਆਪਣੇ ਬੈਂਡ ਸਕੋਰ ਦੀ ਰਿਕੁਆਇਰਮੈਂਟ ਐਲੀਜੀਬਲ ਹੈਗੇ ਆ ਆਪਾਂ ਇਸ ਚੀਜ਼ ਲਈ। ਤੇ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਉਵੇਂ ਹੀ ਸਾਰੇ ਬੱਚੇ ਨੂੰ, ਇੱਕ ਤਾਂ ਅੱਜ ਕੱਲ੍ਹ ਬੱਚੇ ਆਪਣੇ ਰਿਸ਼ਤੇਦਾਰਾਂ ਦੇ ਪਿੱਛੇ ਲੱਗ ਜਾਂਦੇ ਨੇ ਕਿ ਸਾਡੇ ਸਿਸਟਰ ਉੱਥੇ, ਸਾਡੇ ਬ੍ਰਦਰ ਉੱਥੇ, ਸਾਡੇ ਫਰੈਂਡਸ ਉੱਥੇ, ਆਪਾਂ ਉੱਥੇ ਹੀ ਜਾਣਾ, ਜਿਨ੍ਹਾਂ ਕਰਕੇ ਉਹ ਐਲੀਜੀਬਲ ਵੀ ਨਹੀਂ ਹੁੰਦੇ ਸਮ ਟਾਈਮ, ਤੇ ਇਸ ਕਰਕੇ ਉਹਨਾਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਹਿਸਾਬ ਨਾਲ ਜੇ ਲਾਈਏ ਆਪਾਂ ਗੱਲ ਕਿ ਜਿਨ੍ਹਾਂ ਦੇ ਘੱਟ ਮੋਡਿਊਲਸ ਨੇ ਮੈਮ, ਉਹਨਾਂ ਨੂੰ ਸਭ ਤੋਂ ਜ਼ਿਆਦਾ ਇਹ ਹੁੰਦਾ ਕਿ ਜਿਵੇਂ ਹੁਣ ਮੈਂ ਤੁਹਾਨੂੰ ਸੁਜੈਸਟ ਕੀਤਾ ਕਿ ਆਪਾਂ ਪਬਲਿਕ ਕਾਲਜ ਨੇ, ਉਹਨਾਂ ਦੀ IELTS ਦੀ ਆਪ ਦੀ ਰਿਕੁਆਇਰਮੈਂਟ ਬਹੁਤ ਘੱਟ ਹੈ, ਤੇ ਜੇ ਆਪਾਂ ਉਹਨਾਂ ਨੂੰ ਉਹੀ ਉਹਨਾਂ ਦੇ ਕੋਰਸ ਦੇ ਹਿਸਾਬ ਨਾਲ ਜੇ ਆਪਾਂ ਸਿਲੈਕਸ਼ਨ ਦਈਏ ਕਿ ਹਾਂ ਵੀ ਤੁਸੀਂ ਆਹ ਕੋਰਸ ਕਰੋ, ਜੇ ਉਹ ਟਰਸਟ ਕਰਦੇ ਨੇ, ਜਿਵੇਂ EIFS ਜਿਹੜੇ ਹੈਗਾ ਉਹ ਪੂਰਾ ਕਲੀਅਰ ਕਰਦਾ ਕਿ ਹਾਂ ਤੁਸੀਂ ਆਪਣੇ ਕੋਰਸ ਨੂੰ ਆ ਲੈ ਕੇ ਚਲੋ, ਆਪਣੀ ਆਪਾਂ ਜਿਹੜਾ ਕੋਰਸ ਆਪਾਂ ਕਹੋਗੇ ਜਾਂ ਆਪਣੇ ਸਾਡੇ ਹਿਸਾਬ ਨਾਲ, ਕਿਉਂਕਿ ਤੁਹਾਡਾ ਪ੍ਰਾਇਮਰੀ ਜਿਹੜਾ ਪੁਆਇੰਟ ਹੈ ਆਪਣਾ ਵੀਜ਼ਾ ਲੈਣਾ ਕਿ ਆਪਾਂ ਕੈਨੇਡਾ ਜਾ ਕੇ ਸਟੱਡੀ, ਕਿਉਂਕਿ ਆਪਾਂ ਸਟੱਡੀ 2 ਸਾਲ ਦੀ ਸਟੱਡੀ ਕਰਕੇ ਵੀ ਆਪਾਂ ਆਪਣਾ ਕੋਰਸ ਕਹਿੰਦੇ ਸਪੈਸ਼ਲਾਈਜੇਸ਼ਨ ਕਰਕੇ ਵੀ ਚੇਂਜ ਕਰ ਸਕਦੇ, ਤੇ ਵਰਕ ਪਰਮਿਟ ਜੇ 3 ਸਾਲ ਦਾ ਮਿਲ ਰਿਹਾ, ਤੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਆਪਣੇ ਵੀਜ਼ਾ ਨੂੰ ਲੈਣਾ ਮੇਨ ਗੱਲ ਹੈ ਇਸ ਟਾਈਮ, ਕਿਉਂਕਿ ਆਪਾਂ ਵੀਜ਼ਾ ਰਿਫਿਊਜ਼ਲਸ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ। ਤੇ ਇਸ ਕਰਕੇ ਉਹਨਾਂ ਦਾ ਮੇਨ ਆਹੀ ਹੈ ਕਿ ਜੇ ਤੁਸੀਂ ਨਹੀਂ ਚਾਹੁੰਦੇ ਕਿ ਵੀਜ਼ਾ ਤੁਹਾਡਾ ਰਿਫਿਊਜ਼ ਹੋਏ, ਤੇ ਤੁਸੀਂ ਇੱਕ ਵਧੀਆ ਕੰਸਲਟੈਂਟ ਨਾਲ ਪਹਿਲੇ ਤਾਂ ਕੰਟੈਕਟ ਕਰੋ ਕਿ ਜਿਹੜਾ ਤੁਹਾਨੂੰ ਵਧੀਆ ਗਾਈਡ ਕਰੇ, ਤੁਹਾਡੀ ਪੂਰੀ ਫਾਈਲ ਤੇ ਡਾਕੂਮੈਂਟੇਸ਼ਨਸ ਤੁਹਾਡੇ ਪੂਰੇ ਰੈਡੀ ਹੋਣ, ਫੰਡਿੰਗ ਰੈਡੀ ਹੋਵੇ, ਸਭ ਕੁਝ ਰੈਡੀ ਹੋਵੇ, ਤੇ ਮੈਂ
ਕਹਿ ਨਹੀਂ ਸਕਦੀ ਕਿ ਮੈਮ ਕੋਈ ਰਿਫਿਊਜ਼ਲ ਦਊਗਾ। ਔਰ ਸਭ ਤੋਂ ਵੱਡੀ ਗੱਲ ਕਿ ਅੱਜ ਕੱਲ੍ਹ ਰਿਫਿਊਜ਼ਲ ਮੇਨ ਜਿਹੜੀ ਹੈਗੀ ਕਿ ਲਿਖ ਦਿੰਦੇ ਹਾਂ ਆਪਾਂ ਕਿ ਆਪਾਂ ਜਦੋਂ ਆਪਾਂ ਜਾਣਾ ਤੇ ਆਪਾਂ ਵਾਪਸ ਮੁੜ ਕੇ ਆਵਾਂਗੇ ਆਪਣੀ ਸਟੱਡੀ ਕਰਕੇ। ਤੇ ਮੈਮ ਐਮਬੈਸੀ ਨੂੰ ਵੀ ਪਤਾ ਕਿ ਕੋਈ ਬੱਚਾ ਜੇ ਪੈਸਾ ਲਗਾ ਕੇ ਬਾਹਰ ਜਾ ਰਿਹਾ ਤਾਂ ਵਾਪਿਸ ਨਹੀਂ ਆਉਣਾ ਚਾਹੇਗਾ, ਉੱਥੇ ਸੈਟਲ ਹੀ ਹੋਊਗਾ। ਤੇ ਐਟਲੀਸਟ ਕਲੀਅਰ ਵਰਡਸ 'ਚ ਲਿਖ ਦਿਓ ਕਿ ਜੇ ਮੈਮ ਆਫਟਰ ਸਟੱਡੀ ਜੇ ਮੈਂ ਇੱਕ ਸਟੱਡੀ ਕਰ ਰਿਹਾ ਤਾਂ ਉਸ ਤੋਂ ਬਾਅਦ ਮੈਂ 3 ਸਾਲ ਦਾ ਇੰਟਰਨੈਸ਼ਨਲ ਵਰਕ ਐਕਸਪੀਰੀਅੰਸ ਲੈ ਕੇ ਉਸ ਤੋਂ ਬਾਅਦ ਆਈ ਵਿਲ ਡਿਸਾਈਡ ਕਿ ਮੈਂ ਕੀ ਕਰਨਾ ਚਾਹੁੰਦਾ, ਮੈਂ ਵਾਪਿਸ ਜਾਣਾ ਚਾਹੁੰਦਾ ਜਾਂ ਮੈਂ ਅਦਰ ਕੰਟਰੀਜ਼ ਐਕਸਪੀਰੀਅੰਸ ਕਰਨਾ ਚਾਹੁੰਦਾ। ਤੇ ਕਲੀਅਰ ਜੇ ਆਪਾਂ ਲਿਖ ਦਈਏ ਤੇ ਮੇ ਬੀ ਐਮਬੈਸੀ ਇਸ ਚੀਜ਼ ਨੂੰ ਵੀ ਰਿਫਿਊਜ਼ ਨਹੀਂ ਕਰੂਗੀ, ਕਿਉਂਕਿ ਉਹਨਾਂ ਨੂੰ ਕਲੀਅਰ ਵਰਡਸ 'ਚ ਉਹਨਾਂ ਨੂੰ ਕਲੀਅਰ, ਹਾਂ ਉਹਨਾਂ ਬੱਚਿਆਂ ਲਈ ਆਹ ਚੀਜ਼ ਕਲੀਅਰ ਹੋ ਸਕਦੀ ਕਿ ਆਪਾਂ ਵਾਪਿਸ ਆਉਣਾ ਜਿਨ੍ਹਾਂ ਦਾ ਇੱਕ ਇਕੱਲਾ ਬੱਚਾ ਆ ਜਾਂ ਜਿਹੜੇ ਬੱਚੇ ਦੇ ਪੇਰੈਂਟਸ ਦੇ GST ਵਰਕਸ ਚੱਲ ਰਹੇ ਨੇ, ਜਿਹਨਾਂ ਦਾ ਵਧੀਆ ਫੰਡਿੰਗ ਹੈਗੀ ਹੈ ਕਿ ਉਹ ਸ਼ੋਅ ਕੀਤੀ ਗਈ ਹੈ ਕਿ ਹਾਂ ਸਾਡਾ ਇਕਲੌਤਾ ਬੱਚਾ ਬਿਜ਼ਨਸ ਸਾਰਾ ਸਾਡਾ ਸਾਂਭੂਗਾ, ਉਹ ਤਾਂ ਵਾਪਿਸ ਵੀ ਆ ਸਕਦਾ ਹੈ। ਜਿਹੜਾ ਬੱਚਾ ਇੱਥੋਂ ਗਿਆ ਹੀ ਇੱਕ ਮਿਨੀਮਮ ਫੰਡਿੰਗ ਸ਼ੋਅ ਕਰਕੇ ਉਹ ਤਾਂ ਓਬਵੀਅਸਲੀ ਮੈਮ ਉੱਥੇ ਸੈਟਲ ਹੋਏਗਾ। ਇਸ ਕਰਕੇ ਜੇ ਆਪਾਂ ਆਪਣੀ ਡਾਕੂਮੈਂਟੇਸ਼ਨਸ ਪੂਰੀ ਕਲੀਅਰ ਕਰੀਏ, ਕਲੀਅਰ ਕਰਕੇ ਚੱਲੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਰਿਫਿਊਜ਼ਲ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਏਗਾ। ਬਿਲਕੁਲ ਜੀ ਬਿਲਕੁਲ। ਸੋ ਇਹਨਾਂ ਗੱਲਾਂ ਦਾ ਤੁਸੀਂ ਵੀ ਧਿਆਨ ਰੱਖ ਕੇ ਚੱਲਣਾ ਹੈਗਾ ਹੈ ਕਿ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਬਹੁਤ ਵਧੀਆ ਬੈਂਡ ਸਕੋਰ ਅਸੀਂ ਖੁਦ ਦੇਖਿਆ 7.5 ਬੈਂਡ ਵਾਲਿਆਂ ਦੇ ਵੀ ਰਿਫਿਊਜ਼ ਹੋਏ ਬੱਚੇ, 90% ਵਾਲੇ ਵੀ ਬੱਚੇ ਰਿਫਿਊਜ਼ ਹੋਏ ਨੇ। ਸੋ ਰੀਜ਼ਨ ਇਹੀ ਸੀਗਾ ਕਿ ਸਾਨੂੰ ਤਾਂ ਕੁਝ ਨੌਲੇਜ ਹੈ ਨਹੀਂ ਸੀਗੀ ਕਿ ਹਾਂਜੀ ਮੇਰੇ ਲਈ ਕਿਹੜਾ ਕੋਰਸ ਵਧੀਆ ਰਹੇਗਾ, ਮੇਰੇ ਲਈ ਕਿਹੜਾ ਕਾਲਜ ਵਧੀਆ ਹੋਏਗਾ। ਕਈ ਵਾਰੀ ਕੰਸਲਟੈਂਟ ਵੀ ਅਸੀਂ ਗਲਤ ਚੂਜ਼ ਕਰ ਲਿਆ। ਸੋ ਇਸੇ ਕਰਕੇ ਉਹੀ ਕੰਸਲਟੈਂਟ ਚੂਜ਼ ਕਰੋ ਜਿਸ ਨੂੰ ਖੁਦ ਨੂੰ ਨੌਲੇਜ ਹੋਵੇ, ਜੋ ਤੁਹਾਨੂੰ ਪ੍ਰੋਪਰ ਦੱਸ ਸਕੇ ਹਾਂਜੀ ਇਸ ਤਰੀਕੇ ਦੇ ਨਾਲ ਤੁਸੀਂ ਬਾਹਰ ਜਾਓ, ਜੋ ਤੁਹਾਡੇ ਫੇਕ ਡਾਕੂਮੈਂਟਸ ਨਾ ਲਗਾਏ, ਤੁਹਾਨੂੰ ਦੱਸੇ ਕਿ ਕਿਹੜਾ ਰੈਲੇਵੈਂਟ ਕੋਰਸ ਰਹੇਗਾ। ਸੋ ਸਾਰੀਆਂ ਗੱਲਾਂ ਦਾ ਓਵਰਆਲ ਧਿਆਨ ਰੱਖਣਾ, ਬਿਲਕੁਲ ਓਵਰ ਕੌਨਫੀਡੈਂਟ ਨਹੀਂ ਹੋਣਾ ਕਿ ਹਾਂਜੀ ਮੇਰਾ ਪ੍ਰੋਫਾਈਲ ਬਹੁਤ ਵਧੀਆ ਹੁਣ ਤਾਂ ਮੇਰਾ ਵੀਜ਼ਾ ਆ ਹੀ ਜਾਣਾ ਹੈ। ਸੋ ਆਸ਼ਿਕਾ ਲਾਸਟ ਦੇ ਵਿੱਚ ਕੋਈ ਮੈਸੇਜ ਦੇਣਾ ਚਾਹੋ ਤੁਸੀਂ? ਸੋ ਮੇਰੇ ਸਾਰੇ ਦਰਸ਼ਕਾਂ ਨੂੰ ਇਹੀ ਮੈਸੇਜ ਆਉਂਦਾ ਹੈ ਕਿ ਤੁਸੀਂ ਜਦੋਂ ਵੀ ਆਪਣਾ ਤੁਹਾਡੇ ਫਿਊਚਰ ਦਾ ਸਵਾਲ ਹੈ ਤੇ ਇਸ ਚੀਜ਼ ਨੂੰ ਆਪਣੀ ਪੂਰੀ ਵੈਰੀਫਾਈ ਕਰਿਆ ਕਰੋ ਕਿ ਆਪਾਂ ਕਿੱਥੇ ਫਾਈਲ ਲਾ ਰਹੇ ਹਾਂ, ਕਿੱਥੇ ਆਪਾਂ ਆਪਣਾ ਪ੍ਰੋਸੈਸ ਚਲਾਉਣਾ, ਕਿੱਥੇ ਸਾਨੂੰ ਵਧੀਆ ਰਿਜ਼ਲਟਸ ਮਿਲਣੇ ਨੇ, ਉਹਨਾਂ ਦੇ ਪਿਛਲੇ ਰਿਜ਼ਲਟਸ ਦੇਖਿਆ ਕਰੋ, ਵਿਦ ਪ੍ਰੂਫ ਦੇਖਿਆ ਕਰੋ, ਉਹਨਾਂ ਦੇ ਆਫਿਸ ਜਾਓ। ਜੇ ਤਾਂ ਆਪਣੇ ਕੀ ਕਹਿੰਦੇ ਜੇ ਆਫਿਸ 'ਚ ਜਿਨ੍ਹਾਂ ਦੇ ਆਫਿਸ ਨੇ ਉਹ ਤਾਂ ਬਿਲਕੁਲ ਵੈਰੀਫਾਈ ਕਰਦੇ ਨੇ ਤੁਹਾਨੂੰ ਕਿ ਹਾਂ ਅਸੀਂ ਤੁਹਾਨੂੰ ਰਿਜ਼ਲਟਸ ਦੇਵਾਂਗੇ ਜਾਂ ਉਹਨਾਂ ਦੇ ਰਿਜ਼ਲਟਸ ਆਲਰੇਡੀ ਆ ਚੁੱਕੇ, ਤੁਸੀਂ ਉਹਨਾਂ ਨਾਲ ਕੰਸਲਟੈਂਟ ਕਰੋ। ਨਹੀਂ ਕਹਿੰਦੇ ਕਿ ਸਾਡੇ EIFS ਜਿਹੜੀ ਹੈਗੀ ਆ ਉੱਥੇ ਆਓ, ਤੁਸੀਂ ਚਾਹੇ 10 ਜਗ੍ਹਾ ਜਾਓ ਚਾਹੇ 20 ਜਗ੍ਹਾ ਜਾਓ, ਬਟ ਮੈਂ ਇਹ ਚਾਹੁੰਦੀ ਕਿ ਮੇਕ ਸ਼ੋਰ ਕਰੋ ਕਿ ਜਿਹੜੇ ਕੰਸਲਟੈਂਟ ਹੋਣ ਉਹ ਤੁਹਾਨੂੰ ਵਧੀਆ ਗਾਈਡ ਕਰਨ। ਤੁਹਾਡੇ ਫਿਊਚਰ ਦਾ ਸਵਾਲ ਹੈ, ਕਿਉਂਕਿ ਜੇ ਆਪਣਾ ਇੱਥੇ ਹੀ 2 ਸਾਲ ਵੇਸਟ ਕਰਤੇ ਐਮਬੈਸੀਆਂ ਦੇ ਚੱਕਰਾਂ 'ਚ ਜਾਂ ਕੀ ਕਹਿੰਦੇ ਇਮੀਗ੍ਰੇਸ਼ਨ ਆਫਿਸ ਵਿੱਚ, ਤੇ ਫਿਰ ਤੁਹਾਡਾ ਕੋਈ ਫਾਇਦਾ ਹੀ ਨਹੀਂ ਹੋਣਾ ਕਿ ਤੁਸੀਂ 2 ਸਾਲ ਵੇਸਟ ਕਰਤਾ। ਆਪਣਾ ਟਾਈਮ ਖਰਾਬ ਨਾ ਕਰੋ। ਤੇ ਮੈਂ ਇਹੀ ਕਹੂੰਗੀ ਕਿ ਆਪਣੇ ਵਧੀਆ ਡਾਕੂਮੈਂਟੇਸ਼ਨਸ ਰੈਡੀ ਕਰੋ, ਫੰਡਿੰਗਸ ਰੈਡੀ ਕਰੋ। ਜੇ ਤੁਹਾਨੂੰ ਕੋਈ ਕਹਿੰਦਾ ਨਾ ਕਿ ਆਹ ਚੀਜ਼ ਆਪਾਂ ਕਰਾ ਦਾਂਗੇ, ਆਹ ਚੀਜ਼ ਹਰ ਇੱਕ ਚੀਜ਼ ਸਟੈਪ ਬਾਏ ਸਟੈਪ ਹੁੰਦੀ ਹੈ। ਸੋ ਉਸ ਚੀਜ਼ ਨੂੰ ਆਪਣੇ ਧਿਆਨ 'ਚ ਰੱਖੋ, ਆਪਣੇ ਵਧੀਆ ਕੰਸਲਟੈਂਟਸ ਨਾਲ ਗੱਲ ਕਰੋ। ਸਾਡੇ EIF ਜੇ ਤੁਹਾਨੂੰ ਲੱਗਦਾ ਕਿ EIFS 'ਚ ਤੁਹਾਨੂੰ ਭਰੋਸਾ ਹੈ ਤਾਂ ਤੁਸੀਂ ਇੱਕ ਵਾਰ ਜ਼ਰੂਰ ਸਾਡੇ ਵਿਜ਼ਿਟ ਕਰੋ ਆਫਿਸ 'ਚ। ਤੇ ਸਾਡਾ ਆਫਿਸ ਜਿਹੜਾ ਹੈਗਾ ਉਹ ਸੈਕਟਰ 40C ਵਿੱਚ ਹੈਗਾ, ਤੇ ਤੁਸੀਂ ਕਿਸੇ ਵੀ ਟਾਈਮ ਐਨੀ ਟਾਈਮ ਉਹਨਾਂ ਨੂੰ ਕਾਲ ਕਰ ਸਕਦੇ ਹੋ ਜਾਂ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ ਜਾਂ ਉਹਨਾਂ ਨੂੰ ਮਿਲ ਸਕਦੇ ਹੋ ਪਰਸਨਲੀ ਜਦੋਂ ਮਰਜ਼ੀ ਆਪਣੀ ਡਾਕੂਮੈਂਟੇਸ਼ਨਸ, ਤਾਂ ਕਿ ਤੁਹਾਡੀ ਅਸੈਸਮੈਂਟ ਕੀਤੀ ਜਾਏ, ਤੁਹਾਡੇ ਡਾਕੂਮੈਂਟੇਸ਼ਨਸ ਦੇ ਅਕੋਰਡਿੰਗ ਤੁਹਾਨੂੰ ਦੱਸਿਆ ਜਾਵੇ ਕਿ ਤੁਸੀਂ ਕੀ ਵਧੀਆ, ਤੁਹਾਡੇ ਲਈ ਕੀ ਵਧੀਆ, ਕੀ ਤੁਹਾਨੂੰ ਜ਼ਰੂਰੀ ਹੈਗਾ, ਕੀ ਚਾਹੀਦਾ ਡਾਕੂਮੈਂਟੇਸ਼ਨਸ ਲਈ, ਤਾਂ ਕਿ ਤੁਸੀਂ ਉਸ ਚੀਜ਼ ਲਈ ਪ੍ਰਿਪੇਅਰ ਹੋ ਸਕੋ। ਤੇ ਜਿਹੜਾ ਇਹ ਆਉਣ ਵਾਲੇ ਇਨਟੇਕਸ ਲਈ ਉਹਨਾਂ ਲਈ ਤੁਸੀਂ ਪ੍ਰਿਪੇਅਰ ਕਰਕੇ ਤੁਸੀਂ ਆਪਣੇ ਸੁਪਨੇ ਪੂਰੇ ਕਰੋ ਬਾਹਰ ਜਾ ਕੇ ਪੜ੍ਹਨ ਦੇ। ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਥੈਂਕ ਯੂ ਸੋ ਮਚ ਜੀ ਮੈਮ। ਸੋ ਸਟੂਡੈਂਟਸ, ਆਈ ਹੋਪ ਅੱਜ ਅਸੀਂ ਕੈਨੇਡਾ ਨੂੰ ਲੈ ਕੇ ਫੁੱਲ ਡਿਟੇਲ ਦੇ ਵਿੱਚ ਗੱਲ ਕੀਤੀ। ਉਹਨਾਂ ਬੱਚਿਆਂ ਦੀ ਵੀ ਜਿਹੜੇ ਬੱਚੇ ਘਬਰਾ ਰਹੇ ਸੀਗੇ ਕਿ ਹੁਣ ਅਸੀਂ UK ਸਪਾਊਸ ਦੇ ਨਾਲ ਨਹੀਂ ਜਾ ਸਕਦੇ, ਉਹਨਾਂ ਲਈ ਵੀ ਅੱਜ ਆਪਸ਼ਨ ਦੱਸੀ ਗਈ ਹੈ। ਇਸ ਤੋਂ ਇਲਾਵਾ ਜਿਹੜੇ ਬੱਚੇ ਆਪਾਂ ਗੈਪ ਵਾਲੇ ਸੀਗੇ, ਜੋ 5.5 ਬੈਂਡ ਵਾਲੇ ਬੱਚੇ ਨੇ, ਰਿਫਿਊਜ਼ ਹੋ ਚੁੱਕੇ ਬੱਚੇ ਨੇ, ਹਰ ਕਿਸੇ ਲਈ ਆਪਸ਼ਨ ਹੈਗੀ ਆ ਕੈਨੇਡਾ ਜਾਣ ਦੀ। ਪਰ ਗੱਲ ਕੀ ਹੈ ਕਿ ਤੁਹਾਨੂੰ ਸਹੀ ਗਾਈਡੈਂਸ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਸਹੀ ਗਾਈਡੈਂਸ ਲੈ ਕੇ ਜੇਕਰ ਜਾਓਗੇ ਤਾਂ ਜ਼ਰੂਰ ਤੁਸੀਂ ਆਪਣਾ ਡ੍ਰੀਮ ਪੂਰਾ ਕਰ ਸਕਦੇ ਹੋ। ਸੋ EIFS ਦੇ ਨੰਬਰ ਲਗਾਤਾਰ ਫਲੈਸ਼ ਹੋ ਹੀ ਰਹੇ ਨੇ, ਸ਼ੋਅ ਖਤਮ ਹੋਣ ਲੱਗਾ, ਪਰ ਤੁਸੀਂ ਨੰਬਰ ਨੋਟ ਕਰ ਲਓ, ਆਫਿਸ ਦਾ ਐਡਰੈਸ ਨੋਟ ਕਰ ਲਓ, ਉੱਥੇ ਪਹੁੰਚੋ, ਪ੍ਰੋਪਰ ਕੰਸਲਟੈਂਸੀ ਲਓ। ਫਿਰ ਜੇਕਰ ਤੁਸੀਂ ਸੈਟਿਸਫਾਈਡ ਹੁੰਦੇ ਹੋ ਤੇ ਆਪਣਾ ਵੀਜ਼ਾ ਅਪਲਾਈ ਕਰੋ। ਸੋ ਹੁਣ ਜਿਵੇਂ ਮੈਂ ਪਹਿਲਾਂ ਕਿਹਾ ਸੀਗਾ ਕਿ ਜਿਹੜੇ ਰੀਸੈਂਟ ਵੀਜ਼ਾਸ ਆਏ ਨੇ EIFS ਦੇ ਥਰੂ, ਉਹਨਾਂ ਦੇ ਅਸੀਂ ਸਕਸੈਸ ਸਟੋਰੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਤੁਸੀਂ ਵੀ ਆ ਬੱਚਿਆਂ ਦੀ ਜ਼ੁਬਾਨੀ ਆਪ ਸੁਣੋ ਕਿ ਉਹਨਾਂ ਨੂੰ ਕਿੱਦਾਂ ਦੀਆਂ ਲੱਗੀਆਂ ਸਰਵਿਸਿਜ਼ EIFS ਦੀ। ਕੰਗ੍ਰੈਚੁਲੇਸ਼ਨ ਦਵਿੰਦਰ, ਥੈਂਕ ਯੂ। ਤੁਹਾਡਾ ਕੈਨੇਡਾ ਦਾ ਵੀਜ਼ਾ ਗ੍ਰਾਂਟ ਹੋ ਚੁੱਕਿਆ ਹੈ। ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਔਰ ਤੁਹਾਡੀ ਫੈਮਿਲੀ ਨੂੰ। ਕੀ ਤੁਸੀਂ ਸਾਰਿਆਂ ਨੂੰ ਦੱਸਣਾ ਚਾਹੋਗੇ ਕਿ EIFS ਦੀ ਟੀਮ ਨਾਲ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਹਾਂਜੀ, ਮੈਂ ਦਵਿੰਦਰ ਸਿੰਘ ਸੁਲਤਾਨਪੁਰ ਲੋਧੀ ਤੋਂ ਹਾਂ ਤੇ ਮੈਂ ਇੱਥੇ ਮੈਡਮ ਨਾਲ ਫੋਨ ਤੇ ਗੱਲ ਕੀਤੀ ਸੀ ਕਿ ਜੋ ਕਿ ਮੈਨੂੰ ਨੰਬਰ ਆਪਣੇ ਇੱਕ ਰਿਲੇਟਿਵਸ ਦੇ ਰੈਫਰੈਂਸ ਤੇ ਮਿਲਿਆ ਸੀ
ਤੇ ਜਦ ਮੈਂ ਮੈਡਮ ਨਾਲ ਗੱਲ ਕੀਤੀ ਮੈਨੂੰ ਬਹੁਤ ਹੀ ਚੰਗਾ ਲੱਗਾ ਤੇ ਇਹਨਾਂ ਦੇ ਸਮਝਾਉਣ ਦਾ ਢੰਗ, ਫਾਈਲਿੰਗ ਦਾ ਢੰਗ ਸਭ ਤੋਂ ਡਿਫਰੈਂਟ ਆ ਤੇ ਨਾਲੇ ਇੱਕ ਵਧੀਆ ਐਕਸਪੀਰੀਅੰਸ ਮਿਲਿਆ ਮੈਨੂੰ ਇਹਨਾਂ ਨਾਲ ਗੱਲਬਾਤ ਕਰਕੇ। ਤੇ ਮੇਰੇ ਜਿੱਦਾਂ ਪਹਿਲਾਂ ਵੀ ਟੂਰਿਸਟ ਦੇ ਇੱਕ ਰਿਫਿਊਜ਼ਲ ਸੀ ਤੇ ਮੈਨੂੰ ਡਰ ਸੀ ਕਿ ਸ਼ਾਇਦ ਪਹਿਲਾਂ ਮੇਰਾ ਟੂਰਿਸਟ ਦਾ ਰਿਫਿਊਜ਼ਲ ਕਰਕੇ ਵੀਜ਼ਾ ਨਾ ਆਵੇ ਤੇ ਮੈਨੂੰ ਡਰ ਸੀ। ਇਸ ਕਰਕੇ ਮੈਂ ਮੈਡਮ ਨਾਲ ਜਦੋਂ ਗੱਲ ਕੀਤੀ ਇਹਨਾਂ ਨੇ ਡਰ ਮੇਰੇ ਮਨ ਚੋਂ ਕੱਢਿਆ ਤੇ ਮੈਨੂੰ ਵੀਜ਼ਾ ਲੈ ਕੇ ਦਿੱਤਾ ਜੋ ਕਿ 7 ਦਿਨਾਂ ਦੇ ਵਿੱਚ ਆਇਆ ਤੇ ਮੈਨੂੰ ਬੜੀ ਖੁਸ਼ੀ ਹੋਈ ਇਹਨਾਂ ਨਾਲ ਗੱਲਬਾत करके ਤੇ ਮੇਰਾ ਬੜਾ ਵਧੀਆ एक्सपीरियंस होया। मेरा नाम तमन्ना है, मैं हरियाणा की रहने वाली हूँ। मैंने +2 पास आउट की थी और हमारी नई शादी हुई थी। उसके बाद मैंने IELTS एग्जाम दिया, मेरे 6.5 बैंड स्कोर है। फिर हमने EIFS के बारे में सुना और हमने ऑफिस में विजिट किया। यहाँ आने के बाद हमने हमारी फाइल अप्लाई की और हमें हमारा वीज़ा स्पाउस वीज़ा मिला। और हमारा सपना था कि हम दोनों साथ में कनाडा जाए और EIFS यहाँ से हमारा सपना पूरा हुआ। और प्रीत मैम का हमें फुली सपोर्ट मिला और लविश सर का भी थैंक यू सर एंड मैम। मेरा नाम विकास है, मेरा हरियाणा से बिलोंग करता हूँ। मेरी वाइफ का नाम तमन्ना है। हम दोनों को कनाडा साथ में जाना था और मार्केट में चंडीगढ़ में हर जगह में जा चुका था, लेकिन हर बंदे ने मना कर दिया कि आपका नहीं होगा केस दोनों का साथ में। तमन्ना की फाइल भी खराब हो जाएगी, लेकिन हम दोनों को साथ में जाना था, अकेले जाना था। लेकिन हमें फिर EIFS का पता चला, फिर हमें यहाँ पे विजिट किया और लविश सर और प्रीत मैम ने हमें बहुत अच्छे से समझाया और हमने यहाँ पे हमारी फाइल सबमिट करी और फिर हमारा 34 डेज में हमारा वीज़ा आ गया। और थैंक यू सर, थैंक यू मैम। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪ੍ਰੀਤ EIFS ਤੋਂ ਮੈਂ ਮਿਲਾਨ ਜਾ ਰਹੀ ਹਾਂ ਤੁਹਾਨੂੰ ਜੈਸਲੀਨ ਕੌਰ ਦੇ ਨਾਲ ਜੋ ਕਿ ਦਿੱਲੀ ਤੋਂ ਬਿਲੋਂਗ ਕਰਦੇ ਨੇ। ਇਹਨਾਂ ਨੇ ਆਪਣੇ ਕੋਲੇ ਸਕੂਲਿੰਗ ਵੀਜ਼ਾ ਵਾਸਤੇ ਅਪਲਾਈ ਕੀਤਾ ਸੀ। ਸੋ ਫਾਈਨਲੀ ਇਹਨਾਂ ਦਾ ਵੀਜ਼ਾ ਗ੍ਰਾਂਟ ਹੋ ਚੁੱਕਿਆ ਹੈ। ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦੀ ਹਾਂ ਬਹੁਤ-ਬਹੁਤ। ਸੋ ਆਪਾਂ ਇਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਕਿ EIFS ਦੇ ਨਾਲ ਉਹਨਾਂ ਦਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ। ਮੈਂ ਜਸ਼ਲੀਨ ਕੌਰ ਦਿੱਲੀ ਦੀ ਰਹਿਣ ਵਾਲੀ ਹਾਂ। ਮੇਰੇ ਪਾਪਾ ਦਾ ਸੁਪਨਾ ਸੀ ਕਿ ਉਹ ਮੈਨੂੰ ਬਾਹਰ ਭੇਜਣ ਮੇਰੀ ਸਟੱਡੀ ਦੇ ਲਈ। ਸੋ ਮੇਰੇ ਪਾਪਾ ਨੇ EIFS ਵਿੱਚ ਕੰਟੈਕਟ ਕੀਤਾ, ਜਿੱਥੇ ਪ੍ਰੀਤ ਮੈਮ ਤੇ ਉਹਨਾਂ ਦੀ ਟੀਮ ਨੇ ਸਾਨੂੰ ਵਧੀਆ ਤਰੀਕੇ ਨਾਲ ਗਾਈਡੈਂਸ ਕੀਤਾ, ਜਿਸ ਕਰਕੇ ਮੈਨੂੰ ਵੀਜ਼ਾ ਲੈਣ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਆਈ। ਸੋ ਮੈਂ ਪ੍ਰੀਤ ਮੈਮ ਤੇ ਉਹਨਾਂ ਦੀ ਟੀਮ ਦਾ ਥੈਂਕਸ ਕਰਨਾ ਚਾਹੁੰਦੀ ਹਾਂ ਤੇ ਤੁਹਾਨੂੰ ਸੁਜੈਸਟ ਕਰਨਾ ਚਾਹੁੰਦੀ ਹਾਂ ਕਿ ਵੱਧ ਤੋਂ ਵੱਧ EIFS ਵਿੱਚ ਵਿਜ਼ਿਟ ਕਰੋ ਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰੋ। ਮੇਰਾ ਨਾਮ ਗੁਰਜਿੰਦਰ ਕੌਰ ਹੈ, ਮੈਂ ਬੋਹਰ ਤੋਂ ਬਿਲੋਂਗ ਕਰਦੀ ਹਾਂ। ਇਸ ਤੋਂ ਪਹਿਲਾਂ ਮੇਰੀਆਂ ਕੈਨੇਡਾ ਤੋਂ 6 ਰਿਫਿਊਜ਼ਲ ਸੀਗੀਆਂ। 2018 ਤੋਂ ਅਪਲਾਈ ਕਰ ਰਹੀ ਸੀ ਅਸੀਂ। ਫਿਰ ਇੱਕ ਦਿਨ ਪਾਪਾ ਨੇ ਸ਼ੋਅ ਦੇਖਿਆ EIFS ਦਾ ਟੀਵੀ ਤੇ, ਤਾਂ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਕਾਲ ਕੀਤਾ ਸੀ। ਇਹਨਾਂ ਨੇ ਸਾਨੂੰ ਅਸ਼ੋਰ ਕੀਤਾ ਕਿ ਸਾਨੂੰ ਵੀਜ਼ਾ ਲਾ ਕੇ ਦੇਣਗੇ। ਫਿਰ ਅਸੀਂ ਇੱਥੇ ਵਿਜ਼ਿਟ ਕੀਤਾ, ਆਪਣੀ ਫਾਈਲਿੰਗ ਕੀਤੀ ਇੱਥੇ। ਇਹਨਾਂ ਦੀ ਫਾਈਲਿੰਗ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਗਾਈਡ ਕਰਦੇ ਹੋ ਪ੍ਰੀਤ ਮੈਮ। ਸੋ ਇਹਨਾਂ ਨੇ ਸਾਡੀ ਫਾਈਲ ਗਾਈਡ, ਅੱਜ ਸਾਡਾ ਵੀਜ਼ਾ ਆ ਗਿਆ ਮੇਨ ਟੇਕ 'ਚ। ਸੋ ਮੈਂ ਸਭ ਨੂੰ ਰਿਕਮੈਂਡ ਕਰਦੀ ਹਾਂ, ਅਗਰ ਤੁਹਾਡੀ ਕੋਈ ਵੀ ਮਤਲਬ ਵੀਜ਼ਾ ਦੇ ਰਿਗਾਰਡਿੰਗ ਕੋਈ ਪ੍ਰੋਬਲਮ ਹੈ, ਤੁਹਾਡੀ ਰਿਫਿਊਜ਼ਲਸ ਆ ਰਹੀ ਹੈ, ਤੁਹਾਡੀ ਫਾਈਲ ਨਹੀਂ ਲੱਗ ਰਹੀ, ਤਾਂ EIFS ਤੇ ਜ਼ਰੂਰ ਵਿਜ਼ਿਟ ਕਰੋ, ਤੁਹਾਡਾ ਜ਼ਰੂਰ ਇੱਥੋਂ ਵੀਜ਼ਾ ਆਏਗਾ। ਥੈਂਕ ਯੂ ਪ੍ਰੀਤ ਮੈਮ, ਥੈਂਕ ਯੂ EIFS। ਰਾਜ਼ੀ ਕੌਰ ਹੈ, ਮੈਂ ਖੰਨਾ ਸ਼ਹਿਰ ਦੀ ਰਹਿਣ ਵਾਲੀ ਹਾਂ। ਮੇਰੇ IELTS ਦੇ ਵਿੱਚ ਓਵਰਆਲ 6.5 ਬੈਂਡ ਸੀਗੇ। ਮੈਂ ਬਹੁਤ ਜ਼ਿਆਦਾ ਨਰਵਸ ਸੀ ਜਦੋਂ ਮੇਰੇ ਬੈਂਡ ਆਏ ਕਿ ਮੈਂ, ਕਿਉਂਕਿ ਅਸਲੀ ਸਟਰਗਲ ਹੈ ਜਿਹੜੀ ਉਹ ਅੱਜ ਤੋਂ ਬੈਂਡ ਤੋਂ ਬਾਅਦ ਸ਼ੁਰੂ ਹੁੰਦੀ ਆ, ਕਿਉਂਕਿ ਆਪਾਂ ਨੂੰ ਇੱਕ ਵਧੀਆ ਗਾਈਡੈਂਸ ਚਾਹੀਦਾ ਹੁੰਦਾ ਕਿ ਤਾਂ ਜੋ ਆਪਾਂ ਨੂੰ ਇੱਕ ਸਹੀ ਡੈਸਟੀਨੇਸ਼ਨ 'ਤੇ ਪਹੁੰਚਾ ਸਕੇ। ਅਤੇ ਮੇਰੀ ਫਰੈਂਡ ਸੀਗੇ ਖੰਨਾ ਤੋਂ, ਤੇ ਉਹ EIFS ਬਾਰੇ ਉਹਨਾਂ ਨੇ ਮੈਨੂੰ ਦੱਸਿਆ, ਕਿਉਂਕਿ ਮੈਂ ਬਹੁਤ ਜ਼ਿਆਦਾ ਇੰਟਰਨੈਟ 'ਤੇ ਸਰਚ ਆਊਟ ਕਰਕੇ ਖਾਤੀ ਸੀ। ਕਿਉਂਕਿ ਕਈ ਵਾਰ ਆਪਾਂ ਸਾਈਬਰ 'ਤੇ ਇੰਟਰਨੈਟ 'ਤੇ ਦੇਖਦੇ ਹਾਂ ਕਾਫੀ ਕੁਝ ਫੇਕ ਇਨਫੋਰਮੇਸ਼ਨ ਹੁੰਦੀ ਆ। ਬਟ ਜਦੋਂ ਮੈਂ ਆਪ ਸਰਚ ਆਊਟ ਕੀਤਾ EIFS ਬਾਰੇ ਤੇ ਮੇਰੀ ਫਰੈਂਡਸ ਨੇ ਮੈਨੂੰ ਰਿਵਿਊ ਦਿੱਤਾ ਕਿ EIFS ਦਾ ਜਿਹੜਾ ਰਿਜ਼ਲਟ ਆ 99% ਸਕਸੈਸ ਆ। ਔਰ ਮੈਨੂੰ ਬਟ ਜਦੋਂ ਮੈਂ ਵਿਜ਼ਿਟ ਕੀਤਾ, ਮੈਂ ਪ੍ਰੀਤ ਮੈਮ ਨੂੰ ਮਿਲੀ ਔਰ ਮੈਂ ਲਵਿਸ਼ ਸਰ ਨੂੰ ਮਿਲੀ ਔਰ ਪੂਰੀ ਟੀਮ ਨੇ ਮੈਨੂੰ ਬਹੁਤ ਵਧੀਆ ਗਾਈਡੈਂਸ ਦਿੱਤੀ, ਮੈਨੂੰ ਬਹੁਤ ਮੋਟੀਵੇਸ਼ਨ ਕੀਤਾ ਔਰ ਮੈਨੂੰ ਲੱਗਿਆ ਕਿ ਹਾਂ ਵੀ ਮੇਰੇ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ। ਔਰ ਮੈਂ ਉਸ ਦਿਨ ਤੋਂ ਲੈ ਕੇ ਹੁਣ ਤੱਕ ਮੈਂ ਪੋਜ਼ੀਟਿਵ ਰਹੀ ਹਾਂ, ਕਿਉਂਕਿ ਪ੍ਰੀਤ ਮੈਮ ਨੇ ਮੇਰਾ ਬਹੁਤ ਸਾਥ ਦਿੱਤਾ, ਪੂਰੀ ਟੀਮ ਨੇ, ਲਵਿਸ਼ ਸਰ ਨੇ ਮੇਰਾ ਬਹੁਤ ਸਾਥ ਦਿੱਤਾ। ਕਿਉਂਕਿ ਮੈਂ ਰਾਤ ਨੂੰ ਕੋਲ ਲਾਵਾਂ ਜਾਂ ਦਿਨੇ ਹੁੰਦੀ, ਕਦੇ ਵੀ ਮੇਰੇ ਤੋਂ ਕੁਛ ਵੀ ਇਰੀਟੇਟ ਜਾਂ ਕੁਛ ਨਹੀਂ ਸੀ ਹੁੰਦੇ। ਹਮੇਸ਼ਾ ਮੈਨੂੰ ਮੋਟੀਵੇਟ ਕੀਤਾ। ਪੇਰੈਂਟਸ ਤੋਂ ਬਾਅਦ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ। ਸੋ ਅੱਜ ਤੁਹਾਡੇ ਸਾਹਮਣੇ ਮੈਂ ਆਪਣਾ ਵੀਜ਼ਾ ਪੂਰੇ 15 ਦਿਨ ਦੇ ਵਿੱਚ ਅੱਜ ਹਾਸਿਲ ਕਰ ਲਿਆ, ਜੋ ਕਿ ਮੇਰੇ ਲਈ ਬਹੁਤ ਵੱਡੀ, ਮੇਰੇ ਸੁਪਨੇ ਸਾਕਾਰ, ਮੇਰੀ ਲਾਈਫ ਸਕਸੈਸ ਪੂਰਾ ਗੋਲ ਮੈਨੂੰ ਚਾਰਮਿੰਗ ਮੂਵਮੈਂਟ ਇਹਨਾਂ ਨੇ ਪ੍ਰੋਵਾਈਡ ਕੀਤਾ ਹੈ। ਸੋ ਮੈਂ ਪੂਰੀ ਟੀਮ ਦਾ, ਟ੍ਰੀਟਮੈਂਟ ਦਾ ਬਹੁਤ ਥੈਂਕਸ ਕਰਦੀ ਹਾਂ ਕਿ ਇਹਨਾਂ ਨੇ ਮੇਰੇ ਬਹੁਤ ਸਾਥ ਦਿੱਤਾ।
ਥੈਂਕ ਯੂ। ਸੋ ਇਹ ਉਹ ਸਟੂਡੈਂਟ ਸੀਗੇ ਜਿਨ੍ਹਾਂ ਨੇ EIFS ਦੇ ਥਰੂ ਆਪਣੇ ਵੀਜ਼ਾਸ ਹਾਸਿਲ ਕੀਤੇ ਨੇ। ਆਈ ਹੋਪ ਤੁਸੀਂ ਧਿਆਨ ਦੇ ਨਾਲ ਇਹਨਾਂ ਦੀ ਗੱਲਬਾਤ ਸੁਣੀ ਹੋਏਗੀ। ਸੋ ਤੁਸੀਂ ਵੀ ਇਹਨਾਂ ਦੇ ਵਿੱਚ ਜ਼ਰੂਰ ਸ਼ਾਮਿਲ ਹੋ ਸਕਦੇ ਹੋ, ਆਪਣੇ ਡ੍ਰੀਮ ਨੂੰ ਪੂਰਾ ਕਰ ਸਕਦੇ ਹੋ। ਬਸ ਗੱਲ ਕੀ ਹੈ ਕਿ ਕਿਸ ਸਹੀ ਤਰੀਕੇ ਦੇ ਨਾਲ ਤੁਸੀਂ ਆਪਣੇ ਡ੍ਰੀਮ ਨੂੰ ਪੂਰਾ ਜੇਕਰ ਕਰਾਉਣਾ ਹੈਗਾ, ਆਪਣੀ ਮੰਜ਼ਿਲ ਵੱਲ ਜਾਣਾ ਹੈ, ਤੇ ਸਹੀ ਤਰੀਕੇ ਦੇ ਨਾਲ ਚੱਲੋ। ਸੋ ਬਾਕੀ ਜੇ ਆਈ ਹੋਪ EIFS ਦੇ ਨੰਬਰ ਹੁਣ ਤੱਕ ਤੁਸੀਂ ਨੋਟ ਕਰ ਲਏ ਹੋਣਗੇ ਤੇ ਆਫਿਸ ਦੇ ਵਿੱਚ ਵੀ ਜ਼ਰੂਰ ਪਹੁੰਚੋਗੇ। ਸਤਿ ਸ਼੍ਰੀ ਅਕਾਲ।